बड़े बड़े ऑफिसर DGP वर्गे तुहाडे मित्र रहे, जिहदे विच नाम शामिल है सुमेध सैनी दा, ते होर भी अफसर ने। किसी अफसर ने गुरमीत सिंह पिंकी उन्हां दी इस केस मदद नहीं की? नहीं, चलो मदद की गल ये कोर्ट का काम है। हुण परचा जिन्हें देना सी उन्हें देता, असीं जमानत कराउणी है। बट आ जिहड़ियां गल्लां हरास हो जेल वाले कर रहे, ਉਹਦਾ ਤਾਂ ਕੋਈ ਮਤਲਬ ਨਹੀਂ। ਪਰਚਾ ਦੇਣ ਲੱਗੇ ਉਸ ਪੁਲਿਸ ਅਫਸਰ ਨੂੰ ਇਹ ਖਿਆਲ ਨਹੀਂ ਸੀ ਵੀ ਇਹ ਪੈਰੀ ਜਿਹੜਾ ਹੈ ਇਹ ਉਸ ਪਰਿਵਾਰ ਦੇ ਵਿੱਚੋਂ ਹੈ, ਗੁਰਮੀਤ ਸਿੰਘ ਪਿੰਕੀ ਉਹਨਾਂ ਦੇ ਪਰਿਵਾਰ। ਗੁਰਮੀਤ ਸਿੰਘ ਪਿੰਕੀ ਦੇ ਖੁਦ ਤੇ ਪਰਚਾ ਦੇਦਾ ਝੂਠਾ, ਭਾਵੇਂ ਉਹ ਗੈਂਗਸਟਰ ਨੌਜਵਾਨ ਮਾਰੇ ਗਏ, ਜੈਪਾਲ ਭੁੱਲਰ ਵਰਗੇ ਮਾਰੇ ਗਏ, ਉਹਨਾਂ ਦੇ ਪਿਤਾ ਜੀ ਵੀ ਪੁਲਿਸ ਇੰਸਪੈਕਟਰ, ਔਰ ਉਹ ਵੀ ਚੀਕ ਕੇ ਕਹਿੰਦੇ ਰਹੇ ਕਿ ਮੇਰੇ ਪੁੱਤਰ ਦਾ ਮੁਕਾਬਲਾ ਜਿਹੜਾ ਹੈ ਝੂਠਾ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ। ਉਹਨਾਂ ਨੇ ਵੀ ਚੀਕ ਕੇ ਕਿਹਾ, ਮੀਡੀਆ 'ਚ ਕਿਹਾ, ਕੋਈ ਉਹਨਾਂ ਦੀ ਸੁਣਵਾਈ ਨਹੀਂ ਹੋਈ। ਉਹਦੀਆਂ ਹੱਡੀਆਂ ਤੱਕ ਕਹਿੰਦੇ ਤੋੜ ਦਿੱਤੀਆਂ ਗਈਆਂ। ਮੁਕਾਬਲਾ ਫੇਕ ਸੀ, ਉਹ ਇਨਕਾਊਂਟਰ ਝੂਠਾ ਸੀ। ਹੋ ਸਕਦਾ ਤੁਸੀਂ ਵੀ ਤੇ ਛੱਡ ਢਾਏ ਹੋਣ ਸਿੱਖ ਨੌਜਵਾਨਾਂ ਦੇ ਉੱਪਰ, ਮਾਰੇ ਵੀ ਹੋਣ। ਜੋ ਇਹ ਕਰ ਰਹੇ ਨੇ ਨਾ ਹੁਣ, ਇਹ ਸਾਰਾ ਕੁਝ ਮੇਰੇ ਹੱਥਾਂ 'ਚੋਂ ਲੰਘਿਆ ਹੋਇਆ। ਦੁੱਖ ਮੈਨੂੰ ਉਸੇ ਗੱਲ ਦਾ, ਠੀਕ ਹੈ। ਮੈਂ ਅੱਜ ਵੀ ਇੱਕ ਗੱਲ ਉਦੋਂ ਵੀ ਕਹੀ ਸੀ, ਅੱਜ ਵੀ ਕਹਿਣਾ ਵੀ ਟਾਈਮ ਰੱਖ ਲਓ, ਨੀਲਮ ਸਿਨੇਮਾ ਦੇ ਮੋਹਰੇ ਡਿਬੇਟ ਰੱਖ ਲਓ, ਕੁਲਦੀਪ ਸਿੰਘ ਆ ਜਾਏ, DGP ਆ ਜਾਏ, ਮੈਂ ਆ ਜਾਂਦਾ, ਆਪਾਂ ਓਪਨ ਡਿਸਕਸ ਕਰਦੇ ਆ ਬਹਿ ਕੇ, ਪਬਲਿਕ ਬੁਲਾ ਲਓ ਸਾਰੀ, ਉੱਥੇ ਫੈਸਲਾ ਹੋ ਜਾਊਗਾ ਉੱਥੇ ਵੀ ਮੈਂ ਕਿੰਨਾ ਕੁ ਝੂਠਾ ਹੈ, ਕਿੰਨਾ ਕੁ ਸੱਚੇ ਨੇ। ਜਗਤਾਰ ਸਿੰਘ ਹਵਾਰਾ ਦੀ ਵੀ ਸਜ਼ਾ ਪੂਰੀ ਹੋ ਚੁੱਕੀ। ਮੈਂ ਹੀ ਫੜਿਆ ਸੀ 27 ਦਸੰਬਰ 95 ਨੂੰ ਫੜਿਆ ਸੀ ਬਲਵੰਤ ਰਾਜਵਾਨਾ ਦੇ। 95 ਤੇ 5 ਉਹ ਤੇ 21 26 ਸਾਲ ਹੋ ਗਏ। ਸਜ਼ਾਵਾਂ ਵੀ ਕੱਟ ਚੁੱਕੇ। ਕੱਲ੍ਹ ਹੀ ਦਿਲਾਵਰ ਦੀ ਬਰਸੀ ਹੈ, 26ਵੀਂ ਬਰਸੀ। ਕੱਲ੍ਹ ਹੀ ਬਿਆਨ ਸਿੰਘ ਦੀ ਬਰਸੀ ਹੈ, 31 ਤਰੀਕ। ਸਾਰਾ ਕੁਝ ਉੱਥੇ ਹੀ ਚੱਲ ਰਿਹਾ। ਔਰ ਅਜੇ ਮੇਰੇ ਖਿਆਲ 2-4 ਸਾਲ ਹੋਰ ਕੋਈ ਫੈਸਲਾ ਨਹੀਂ ਹੁੰਦਾ ਹੈ। ਗੁਰਬਾਣੀ ਅਖੰਡ ਬਾਣੀ ਦੇਖ ਰਹੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਮੈਂ ਪਰਮਜੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੁਲਿਸ ਦਾ ਧੱਕਾ, ਪੁਲਿਸ ਦੀਆਂ ਵਧੀਕੀਆਂ, ਜ਼ਿਆਦਤੀਆਂ ਕਿੱਥੋਂ ਤੱਕ ਜਾ ਸਕਦੀਆਂ ਨੇ? ਇੱਕ ਆਮ ਬੰਦੇ ਦੀ ਗੱਲ ਤਾਂ ਪਰੇ ਰਹਿ ਜਾਂਦੀ ਹੈ। ਪੁਲਿਸ ਮਹਿਕਮੇ ਦੇ ਵਿੱਚ ਹੀ ਪੁਲਿਸ ਅਫਸਰ ਦੇ ਪੁੱਤਰ ਨਾਲ, ਪੁਲਿਸ ਅਫਸਰ ਦੇ ਪੋਤਰੇ ਨਾਲ ਤੇ ਪੁਲਿਸ ਅਫਸਰ ਦੇ ਭਤੀਜੇ ਨਾਲ ਕਿੱਥੋਂ ਤੱਕ ਵਧੀਕੀ ਹੋਈ, ਆਓ ਜਾਣਦੇ ਹਾਂ। ਮੇਰੇ ਨਾਲ ਇਸ ਵਕਤ ਬੈਠੇ ਨੇ ਪੰਜਾਬ ਪੁਲਿਸ ਦੇ ਇੰਸਪੈਕਟਰ ਗੁਰਮੀਤ ਸਿੰਘ ਪਿੰਕੀ ਜੀ। ਪਿੰਕੀ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੁਲਿਸ ਦੀਆਂ ਜ਼ਿਆਦਤੀਆਂ, ਪੁਲਿਸ ਦੀਆਂ ਵਧੀਕੀਆਂ, ਪੁਲਿਸ ਵਾਲਿਆਂ ਦੇ ਨਾਲ ਹੀ। ਦੇਖੋ, ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਵਰਣਨ ਕੀਤਾ, ਮੈਂ ਖੁਦ ਸੰਨ 87-88 'ਚ ਭਰਤੀ ਹੋਇਆ ਕਾਂਸਟੇਬਲ। 92 'ਚ ਮੈਂ ਹੌਲਦਾਰ ਬਣਿਆ, 90 'ਚ ਬਣਿਆ ਹੌਲਦਾਰ, 92 'ਚ ASI, 94 'ਚ ਮੈਂ ਸਬ ਇੰਸਪੈਕਟਰ ਬਣ ਗਿਆ, 95 'ਚ ਮੈਂ ਇੰਸਪੈਕਟਰ ਬਣਿਆ ਜਦੋਂ ਹਵਾਰਾ ਫੜਿਆ। ਗੱਲ ਇਹ ਆ ਵੀ ਖੁਦ ਮੇਰੇ ਖਿਲਾਫ ਮਰਡਰ ਦਾ ਇੱਕ ਪਰਚਾ FIR ਲੁਧਿਆਣੇ, ਜਿਹਦੇ ਵਿੱਚ ਮੈਂ ਉੱਥੇ ਲੁਧਿਆਣੇ ਹੈ ਹੀ ਨਹੀਂ ਸੀ, ਉਸ ਦਿਨ ਮੈਂ ਦਿੱਲੀ ਸੀ, ਦਰਜ ਕਰਕੇ ਚੁੱਪ ਕਰਕੇ ਮੈਨੂੰ ਉਹਦਾ ਚਲਾਨ ਕਰਤਾ। ਜਿੰਨਾ ਵੀ ਮੈਂ ਰੌਲਾ ਪਾਈ ਗਿਆ, ਕਿਸੇ ਨੇ ਮੇਰੀ ਸੁਣੀ ਨਹੀਂ। ਈਵਨ ਹਾਈ ਕੋਰਟ ਵੀ ਮੈਂ ਰਿਟ ਪਾਈ ਵੀ ਸਾਡੀ CV ਦੀ ਜਾਂਚ ਕਰਾਈ ਜਾਵੇ, ਮੇਰੇ ਨਾਲ ਧੱਕਾ ਹੋਇਆ, ਉਹ ਵੀ ਡਿਸਮਿਸ ਹੋ ਗਈ, ਕਿਸੇ ਨੇ ਨਹੀਂ ਸੁਣਿਆ। ਜਿਹਦੇ ਵਿੱਚ ਮੈਂ ਘੱਟ ਤੋਂ ਘੱਟ 20 ਸਾਲ ਕੈਦ ਉਸ ਕਤਲ 'ਚ, ਜਿਹੜਾ ਮੈਂ ਨਹੀਂ ਕੀਤਾ, ਜਿਹੜਾ ਮੈਂ ਮਰਨ ਵਾਲੇ ਦੀ ਸ਼ਕਲ ਵੀ ਨਹੀਂ ਦੇਖੀ, ਉਹਦੇ 'ਚ ਮੈਂ ਕੱਟ ਕੇ ਆਇਆ। ਉਸੇ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਸਰਦਾਰ ਮੋਹਨ ਸਿੰਘ ਸਬ ਇੰਸਪੈਕਟਰ CIA ਲੁਧਿਆਣਾ ਮੇਰੇ ਨਾਲ 88 'ਚ ਰਹੇ। ਉਸ ਵੇਲੇ ਇੱਕ ਬਬਲਾ ਨਾਂ ਦਾ ਵਿਅਕਤੀ ਜਿਹੜਾ ਲੁਧਿਆਣੇ 'ਚ ਆਤੰਕ ਦਾ ਹਾਹਾਕਾਰ ਮਚਿਆ ਹੋਇਆ ਸੀ, ਬਬਲਾ ਬਬਲਾ ਬਬਲਾ, ਗੁਰਸੇਵਕ ਸਿੰਘ ਬਬਲਾ ਲੁਧਿਆਣੇ ਦਾ। ਹਾਂਜੀ, ਡਾਕੇ ਵੀ ਮਾਰੇ ਸੀ, ਡਾਕੇ ਵੀ ਮਾਰੇ। ਉਹ ਈਵਨ ਕਨਾਟ ਪਲੇਸ ਉੱਥੇ ਚਲਾ ਗਿਆ ਦਿੱਲੀ ਜਿਹੜਾ ਕਰੋਲ ਬਾਗ ਆ, ਇਕੱਲਾ ਇੱਕ ਬੈਗ ਲੈ ਕੇ ਉਹਨੂੰ 'ਚ ਕਹਿੰਦਾ ਸੋਨਾ ਪਾ ਦਿਓ ਸਾਰਾ, ਪਿਸਤੌਲ ਲੈ ਕੇ ਇਕੱਲਾ ਹੀ ਕਰੋਲ ਬਾਗ ਲੁੱਟ ਕੇ ਲਾਇਆ ਸੀ।
ਸਰਦਾਰ ਮੋਹਨ ਸਿੰਘ ਸਬ ਇੰਸਪੈਕਟਰ ਬਹੁਤ ਵਧੀਆ ਬੰਦੇ ਸੀ। ਉਹਨਾਂ ਦੀ CIA ਲੁਧਿਆਣੇ ਪੋਸਟਿੰਗ ਸੀ ਅਤੇ ਮੇਰੀ ਵੀ ਪੋਸਟਿੰਗ ਉਦੋਂ ਐਜ਼ ਕਾਂਸਟੇਬਲ ਉੱਥੇ ਹੋਈ ਸੀ। ਸਾਡੀ ਨਜ਼ਦੀਕੀ ਰਿਸ਼ਤੇਦਾਰੀ ਹੋਣ ਕਰਕੇ ਆਪਸ 'ਚ ਸਾਡਾ ਚੰਗਾ ਪਿਆਰ ਸੀ, ਸਾਰਾ ਦਿਨ ਅਸੀਂ ਇਕੱਠੇ ਰਹਿੰਦੇ ਸੀ। ਉਹਨਾਂ ਦਾ ਬੇਟਾ ਜਦੋਂ ਉਹ SHO ਉੱਥੇ ਬਨੂੜ ਵਗੈਰਾ ਰਹੇ, ਉਹਨਾਂ ਨੇ ਉਹਨੂੰ ਕਾਂਸਟੇਬਲ ਭਰਤੀ ਕਰਾਤਾ ਸੀ। ਜਦੋਂ ਸੈਣੀ ਸਾਹਿਬ ASP ਖੰਨੇ ਆਏ, ਸਭ ਤੋਂ ਪਹਿਲਾਂ ਸਰਦਾਰ ਮੋਹਨ ਸਿੰਘ ਉਹਨਾਂ ਨਾਲ ਜਿਹੜਾ PSO ਸੈਣੀ ਸਾਹਿਬ ਨਾਲ ਰਹੇ ਅਤੇ ਨਿੱਜੀ ਉਹਨਾਂ ਨਾਲ ਨੌਕਰੀ ਕੀਤੀ। ਜਦੋਂ ਸਤਿੰਦਰ ਸਿੰਘ ਉਹਨਾਂ ਦਾ ਬੇਟਾ ਉਹ ਵੀ ਭਰਤੀ ਹੋ ਗਿਆ, ਸੈਣੀ ਸਾਹਿਬ ਜਦੋਂ ਚੰਡੀਗੜ੍ਹ ਆਏ ਤਾਂ ਉਹ ਮੈਂ ਨਾਲ ਹੁੰਦਾ ਸੀ। ਉਹ ਪੇਸ਼ ਹੋ ਕੇ ਪੰਜਾਬ 'ਚੋਂ ਡੈਪੂਟੇਸ਼ਨ ਤੇ UT 'ਚ ਆ ਗਿਆ, 4 ਸਾਲ UT 'ਚ ਵੀ ਰਿਹਾ। ਉਹਦਾ ਅੱਗੋਂ ਬੇਟਾ ਪੈਰੀ, 2 ਬੇਟੇ ਨੇ। ਆਪਣੇ ਦਾਦੇ ਦਾ ਦੱਸਦਾ ਮੈਂ ਤੁਹਾਨੂੰ, ਉਹਦੀ ਥਾਂ ਭਰਤੀ ਮਹਿਕਮੇ 'ਚ ਹੋ ਗਿਆ। ਪੈਰੀ DAV ਕਾਲਜ ਪੜ੍ਹਦਾ ਸੀ। ਘਰ ਦੇ ਜੋ ਹਾਲਾਤ ਨੇ ਉਹ ਸੁਣ ਲਓ। ਦਾਦਾ ਜਿਹੜਾ ਸਬ ਇੰਸਪੈਕਟਰ ਸੀ, ਦਾਦੀ ਪ੍ਰਿੰਸੀਪਲ ਸੀਗੀ ਸਕੂਲ ਦੇ ਵਿੱਚ, ਫਾਦਰ ASI। ਜਿਹੜੀ ਉਹਦੀ ਪੈਰੀ ਦੀ ਮਦਰ ਹੈ ਉਹ ਜਿਹੜਾ DPI ਕਾਲਜਸ ਉਹਦੇ ਵਿੱਚੋਂ ਸੁਪਰਡੈਂਟ ਕਸਟਡ। ਉਹ ਤਨਖਾਹ ਲੈਂਦੀ 33 ਸੈਕਟਰ ਕੋਠੀਆਂ 2 ਸਟੋਰੀਆਂ ਦਾ ਉੱਤੋਂ ਕਿਰਾਇਆ ਆਉਂਦਾ। ਫਿਰ ਪਿੰਡ ਜ਼ਮੀਨ ਹੈ ਹਰਿਆਣੇ 'ਚ, ਪਿੰਡ ਅੰਬਾਲੇ 'ਚ। ਕਹਾਣੀ ਇਹ ਹੈ ਕਿ ਸਰਦਾ ਪੁੱਜਦਾ ਘਰ ਹੈ, ਉਹਨੂੰ ਕੋਈ ਗਲਤ ਕੰਮ ਕਰਨ ਦੀ ਲੋੜ ਨਹੀਂ। ਸਿਰਫ ਜੋ ਗਲਤੀ ਉਹ ਇੱਕ ਮਹਾਰਾਜ ਵੱਲੋਂ ਹੋ ਗਈ ਵੀ ਉਹ DAV ਕਾਲਜ ਪੜ੍ਹਦਾ ਸੀ। ਉਹਦੀ ਕਲਾਸ 'ਚ ਹੀ ਲਾਰੈਂਸ ਬਿਸ਼ਨੋਈ ਪੜ੍ਹਦਾ ਸੀ। ਲਾਰੈਂਸ ਬਿਸ਼ਨੋਈ ਜਿਹਨੂੰ ਪੁਲਿਸ ਨੇ ਗੈਂਗਸਟਰ ਬਣਾਇਆ। ਹਾਂਜੀ ਹਾਂਜੀ, ਉਹ ਉੱਥੇ ਹੀ ਪੜ੍ਹਦਾ ਸੀ। ਇੱਕ ਜਿਹੜਾ ਵਿੱਕੀ ਕਾਊਂਟਰ ਹੈ ਉਹ ਵੀ ਉੱਥੇ ਹੀ ਪੜ੍ਹਦਾ ਸੀ। ਜੇ ਹੁਣ ਕਿਸੇ ਦਾ ਕੋਈ ਕਲਾਸ ਫੈਲੋ ਮਾੜਾ ਬੰਦਾ ਹੈਗਾ ਤਾਂ ਉਹਦੇ ਵਿੱਚ ਉਹਦਾ ਦਾ ਕੋਈ ਕਸੂਰ ਨਹੀਂ। ਚਲੋ ਜੀ, ਉਹ ਮਾੜਾ ਮੋਟਾ ਜਦੋਂ ਲਾਰੈਂਸ ਭੱਜਿਆ, ਵਿੱਕੀ ਭੱਜਿਆ, ਕੋਈ ਪੁਲਿਸ ਇਹਨਾਂ ਦੇ ਰੇਡਾ ਕਰਨ ਲੱਗ ਗਈ। ਹੁਣ ਇੱਕ ਦੂਜੇ ਨੂੰ ਆਪਾਂ ਜਾਣਦੇ ਤਾਂ ਹੁੰਦੇ ਆ, ਕਲਾਸ 'ਚ ਜਦੋਂ ਪੜ੍ਹਦੇ ਆ। ਹੋਇਆ ਕੀ ਕਿ ਇਹਨਾਂ ਨੇ ਉਹਨੂੰ ਧੱਕੇ ਨਾਲ ਚੱਕਣਾ ਸ਼ੁਰੂ ਕਰਤਾ ਪੈਰੀ ਨੂੰ ਵੀ ਲਾਰੈਂਸ ਕਿੱਥੇ ਹੈ, ਫਲਾਣਾ ਕਿੱਥੇ ਹੈ। ਜੇ ਕੋਈ ਭੱਜਦਾ, ਕੋਈ ਕਿਸੇ ਨੂੰ ਦੱਸ ਕੇ ਤਾਂ ਭੱਜਦਾ ਨਹੀਂ। ਠੀਕ ਹੈ ਜੀ, ਧੱਕਾ ਕੀਤਾ ਉਹਦੇ ਨਾਲ। ਧੱਕਾ ਕਰਨ ਤੋਂ ਬਾਅਦ ਥੋੜ੍ਹੀ ਦੇਰ ਉਹਨਾਂ ਨੇ ਇੱਕ ਕਿਸੇ ਦੋਸਤ ਦਾ ਘਰ ਸੀਗਾ ਫਲੈਟ 61 ਸੈਕਟਰ 61 'ਚ। ਇੱਕ ਮੁੰਡਾ ਫਰੀਦਕੋਟ ਤੋਂ ਕੋਈ ਕੁੜੀ ਲੈ ਕੇ ਉੱਥੇ ਫਲੈਟ 'ਚ ਆ ਗਿਆ। ਉਹਨੇ ਇਹਨੂੰ ਫੋਨ ਕੀਤਾ, ਇਹ ਉਹਨੂੰ ਮਿਲਣ ਚਲਾ ਗਿਆ। ਉੱਥੇ ਜਦੋਂ ਮਿਲਣ ਚਲਾ ਗਿਆ ਤਾਂ 2 ਦਿਨ ਪਹਿਲਾਂ ਕੋਈ ਕੰਮ ਸਫਾਈਆਂ ਕਰਦੀ ਸੀ ਉੱਥੇ। ਉਹਨੇ ਪੈਸੇ ਮੰਗੇ, ਜਿਨ੍ਹਾਂ ਨੇ ਮਕਾਨ ਲਿਆ ਸੀ ਉਹਨਾਂ ਨੇ ਗਾਲਾਂ ਕੱਢਦੇ ਵੀ ਕਿਹੜੇ ਪੈਸੇ, ਕੋਈ ਪੈਸੇ ਨਹੀਂ, ਭੱਜਾ ਇੱਥੋਂ। ਉਹ ਕੰਮ ਵਾਲੀ ਉੱਥੇ ਹੀ ਕੰਮ ਕਰਦੀ। ਜਦੋਂ ਉਹਨੇ ਘਰ ਦਾ ਦਰਜਾ ਖੁੱਲ੍ਹਿਆ ਦੇਖਿਆ ਤਾਂ ਉਹ ਥਾਣੇ ਚਲੀ ਗਈ। ਕਹਿੰਦੀ ਘਰ ਖੁੱਲ੍ਹ ਗਿਆ, ਬੰਦੇ ਆ ਗਏ, ਪੁਲਿਸ ਆ ਗਈ ਉੱਥੋਂ। ਪੁਲਿਸ ਨੇ ਜਦੋਂ ਇਹਨੂੰ ਦੇਖਿਆ ਵੀ ਇਹ ਤਾਂ ਉਹ ਪੈਰੀ ਹੈ, ਬੜਾ ਵੱਡਾ ਹੰਗਾਮਾ ਮੱਚ ਗਿਆ ਜੀ। ਪੈਰੀ ਫੜ ਲਿਆ। ਇੰਸਪੈਕਟਰ ਚੰਗੀ ਤਰ੍ਹਾਂ ਮੈਂ ਉਹਨੂੰ ਜਾਣਦਾ, ਉਹਦੇ ਨਾਲ ਗੱਲ ਹੋਈ, ਪੈਸੇ ਵੀ ਲੈ ਗਿਆ। ਨਾ ਪੈਰੀ ਉਦੋਂ ਵਾਂਟਡ ਸੀ, ਨਾ ਕੋਈ ਕੁਛ ਵੀ ਨਹੀਂ, ਕੋਈ ਲੈਣ ਨਹੀਂ, ਕੋਈ ਦੇਣ ਨਹੀਂ। ਪੈਸੇ ਲੈ ਕੇ ਇੱਕ 303 ਦਾ ਤੋਪੜਾ ਉਹਦੇ 'ਤੇ ਫਿੱਟ ਕਰਤਾ ਬਿਨਾਂ ਮਤਲਬ। ਉਹਨੂੰ ਜੇਲ੍ਹ ਭੇਜਤਾ। ਉੱਥੋਂ ਮੋਹਾਲੀ ਪੁਲਿਸ ਜਿਹੜੀ ਹੈ ਉਹ ਉਹਨੂੰ ਰਿਮਾਂਡ 'ਤੇ ਲਈ ਜੇਲ੍ਹ 'ਚੋਂ। 2014 ਦਾ ਕੋਈ ਪੁਰਾਣਾ ਕੇਸ ਉਹਨਾਂ ਕੋਲ ਪੈਂਡਿੰਗ ਹੋਣਾ। ਅਖੇ ਜੀ ਉਹ ATM ਤੋੜਨ ਦੀ ਸਲਾਹ ਕਰ ਰਹੇ ਸੀ। ਉਹ ਕੇਸ ਚੱਕ ਕੇ ATM ਵਾਲਾ ਇਹਦੇ 'ਤੇ ਪਾਤਾ। ਨਾ ਕੋਈ ਲੈਣ ਨਾ ਕੋਈ ਦੇਣ। ਉੱਥੋਂ ਹਰਿਆਣੇ ਵਾਲੇ ਆ ਕੇ ਪੰਚਕੂਲੇ, ਉਹ ਲੈ ਗਏ 2-3 ਕੇਸ ਜਿਹੜੇ ਉਹਨਾਂ ਦੇ ਪੈਂਡਿੰਗ ਨਹੀਂ ਸੀਗੇ ਟਰੇਸ, ਉਹਨਾਂ ਨੇ ਟਰੇਸ ਕਰ ਲਏ। ਧੱਕਾ ਇੱਥੋਂ ਤੱਕ ਹੋਇਆ ਕਿ ਜਿਹੜੀ ਕੈਟਾਗਰੀ ਵਾਈਜ਼ ਪਾਲਿਸੀ ਬਣੀ ਹੈ ਇਹ 2017 'ਚ ਬਣੀ ਹੈ, ਔਰ ਉਹਨੂੰ ਚੰਡੀਗੜ੍ਹ ਪੁਲਿਸ ਨੇ ਫੜਿਆ ਉਸ ਤੋਂ ਪਾਲਿਸੀ ਬਣਨ ਤੋਂ ਪਹਿਲਾਂ। ਕੈਟਾਗਰੀ ਵਾਈਜ਼ ਇਹ ਕੈਟਾਗਰੀ B ਸੀ, ਕੈਟਾਗਰੀ ਜਿਹੜੀ ਗੈਂਗਸਟਰ, ਔਰ ਉਹ ਕੈਟਾਗਰੀ ਤੋਂ ਪਹਿਲਾਂ ਫੜਿਆ ਜਾਂਦਾ। ਫਿਰ ਉਸ ਕੈਟਾਗਰੀ 'ਚ ਉਹ ਪੰਜਾਬ 'ਚ ਬਣੀ ਆ ਤਾਂ ਚੰਡੀਗੜ੍ਹ ਨਾਲ ਤਾਂ ਕੋਈ ਸੰਬੰਧ ਹੀ ਨਹੀਂ, ਉਹਦੀ ਰੈਸਟ ਚੰਡੀਗੜ੍ਹ ਪਈ ਹੈ। ਇਹਨਾਂ ਨੇ ਉਹਨੂੰ B ਕੈਟਾਗਰੀ ਚੱਕ ਕੇ ਕਨਵਰਟ ਕਰਤਾ। ਉਹ B ਕੈਟਾਗਰੀ 'ਚ ਆ ਗਿਆ ਜੀ, ਹੁਣ ਗੈਂਗਸਟਰਾਂ ਦੀ ਲਿਸਟ 'ਚ ਆ ਗਿਆ। ਉਸ ਤੋਂ ਪਹਿਲਾਂ ਉਹਦਾ ਜਿਹੜਾ ਦਾਦਾ ਸਬ ਇੰਸਪੈਕਟਰ ਮੋਹਨ ਸਿੰਘ, ਉਹ ਜਿਹੜਾ ਬਬਲਾ ਸੀ, ਉਹ ਉਹਨੇ ਲੁਧਿਆਣੇ ਗ੍ਰਿਫਤਾਰ ਕੀਤਾ ਇਹ ਦਾਦੇ ਨੇ।
ਉਹ ਬਾਅਦ SHO ਬਨੂੜ ਰਿਹਾ ਅਮਰੀਕ ਕੌਲੀ ਜਿਹੜਾ ਬੱਬਰ, ਉਹ ਇਹਦੇ ਦਾਦੇ ਨੇ ਫੜਿਆ, ਇੰਟਰੋਗੇਟ ਕੀਤਾ, ਜਿਹਦੇ ਸਿੱਟੇ ਵਜੋਂ ਉਹ ਆਪਣੇ ਘਰ ਗਏ ਸੀ ਪਿੰਡ, ਅਤੇ ਅਮਰੀਕ ਕੌਲੀ ਉੱਥੇ ਅੰਬਾਲੇ ਆਉਂਦਾ ਜਾਂਦਾ ਸੀ, ਇਹਨਾਂ ਦਾ ਪਿੰਡ ਅੰਬਾਲੇ 'ਚ। ਉਹ ਸ਼ਾਮ ਨੂੰ 3 ਜਣੇ ਬੁਲਟ 'ਤੇ ਆਏ, ਗਾਂ ਚੋ ਰਹੇ ਸੀ, ਉਹਨਾਂ ਨੇ ਬਰਸਟ ਮਾਰਿਆ, ਮੋਹਨ ਸਿੰਘ ਨੂੰ ਮਾਰਤਾ, ਉਹਦੀ ਮੌਤ ਹੋ ਗਈ। ਉਹਦਾ ਫਾਦਰ ਵੀ ਇਸੇ ਹੀ ਹੈ, ਦਾਦਾ ਮਰ ਗਿਆ ਇਸੇ ਕੰਮ 'ਚ, ਕਿਸੇ ਨੇ ਕੋਈ ਸ਼ਰਮ ਨਹੀਂ ਕੀਤੀ। ਜਿਸ ਦੇ ਸਿੱਟੇ ਵਜੋਂ ਉਹ ਬੰਦਾ 2017 ਦਾ ਫੜਿਆ, ਅੱਜ 2021 ਹੋ ਗਈ, ਉਹ ਜੇਲ੍ਹ 'ਚ, ਜ਼ਮਾਨਤਾਂ ਨਹੀਂ ਹੋ ਗਈਆਂ। ਜਿਹੜੇ ਮਾੜੇ ਮੋਟੇ ਕੋਈ ਪੈਸੇ, ਉਹ ਹਰ ਵਕੀਲ 50,000 ਦੇ ਦਿਓ ਜੀ, 40,000 ਦੇ ਦਿਓ ਜੀ। ਮੈਂ ਬਹੁਤ ਇੰਜਾਚਾ ਇਸ ਗੱਲ ਦਾ। 15 ਕੁ ਦਿਨ ਪਹਿਲਾਂ ਹੋਏ ਹੁਸ਼ਿਆਰਪੁਰ ਜੇਲ੍ਹ 'ਚ ਮੈਂ ਮੁਲਾਕਾਤ ਕਰਨ ਲਈ ਗਿਆ ਸੀ, 4 ਕਿਲੋ ਘਿਓ, 4 ਕਿਲੋ ਬਦਾਮ ਗਿਰੀਆਂ ਸੀ ਲੈ ਕੇ। ਜਿਹੜਾ ਸੁਪਰਡੈਂਟ ਮੇਰਾ ਚੰਗਾ ਲੋਨ ਆ, ਮੈਂ ਪਟਿਆਲੇ ਰਿਹਾ, ਉੱਥੇ ਡਿਪਟੀ ਸੀਗਾ, ਵੈਲ ਟੂ ਜਾਣਦੇ ਸੀ ਇੱਕ ਦੂਜੇ ਨੂੰ। ਮੈਂ ਉਹਨੂੰ ਕਿਹਾ ਵੀ ਮੈਂ ਮੁਲਾਕਾਤ ਕਰਨ ਆਇਆ, ਉਹ ਕਹਿੰਦਾ ਜੀ ਸੌਰੀ ਕੋਵਿਡ ਕਰਕੇ ਮੁਲਾਕਾਤਾਂ ਬੰਦ ਨੇ, ਮੈਂ ਕਰਾ ਨਹੀਂ ਸਕਦਾ। ਮੈਂ ਕਿਹਾ ਤਾਂ ਨਹੀਂ ਕਰਾ ਸਕਦਾ, ਕੋਈ ਨਹੀਂ, ਸਮਾਨ ਤੁਸੀਂ ਅੰਦਰ ਭੇਜ ਦਿਓ। ਸਮਾਨ ਉਹਨਾਂ ਨੇ ਲਿਖਾ ਲਿਆ ਉੱਥੇ। 15 ਦਿਨ ਬਾਅਦ ਬੰਦਾ ਉਹਦੀ ਮੁਲਾਕਾਤ ਕਰਨ ਗਿਆ, ਉਹ ਕਹਿੰਦਾ ਜੀ ਮੈਨੂੰ ਤਾਂ ਕੋਈ ਸਮਾਨ ਮਿਲਿਆ ਨਹੀਂ। ਫਿਰ ਉਹਦਾ ਮੈਸੇਜ ਆਇਆ ਵੀ ਉਹ ਡਿਪਟੀ ਜਿਹੜਾ ਉਹਦੇ ਗਨਮੈਨ ਆਏ ਸੀ, ਉਹ ਲੈ ਕੇ ਘਿਓ ਵਗੈਰਾ ਚਲੇ ਗਏ ਡਿਪਟੀ ਦੀ ਕੋਠੀ। ਮੈਂ DGP ਜੇਲ੍ਹ ਨੂੰ ਮਿਲਿਆ, ਜਾ ਕੇ ਉਹਨਾਂ ਨੂੰ ਦੱਸਿਆ ਵੀ ਆਹ ਦੇਖੋ ਜੀ, ਪਹਿਲਾਂ ਧੱਕਾ ਸਾਡੇ ਨਾਲ ਇੰਨਾ ਹੋਇਆ, ਆਹ ਫੇਰ ਹੁਣ ਧੱਕਾ। DG ਸਾਹਿਬ ਨੇ ਫੋਨ ਉਸੇ ਵੇਲੇ ਹੁਸ਼ਿਆਰਪੁਰ ਕੀਤਾ, ਉਹ ਕਹਿੰਦਾ ਜੀ ਹਾਂ ਆਏ ਜ਼ਰੂਰ ਸੀ, ਅਤੇ ਸਮਾਨ ਅੰਦਰ ਹੀ ਪਿਆ, ਅਸੀਂ ਦਿੱਤਾ ਨਹੀਂ। ਮੈਂ ਕਿਹਾ ਜੇ ਦੇਣਾ ਨਹੀਂ ਤਾਂ ਰਖਾਇਆ ਤੂੰ। DG ਸਾਹਿਬ ਕਹਿੰਦੇ ਜੀ ਤੁਸੀਂ ਬੰਦਾ ਭੇਜ ਕੇ ਆਪਣਾ ਉੱਥੋਂ ਸਮਾਨ ਚੁਕਾ ਲਓ। ਇਹ ਗੱਲ ਇੱਥੇ ਖਤਮ ਨਹੀਂ ਹੋਈ। ਉਸ ਤੋਂ ਬਾਅਦ ਲਗਾਤਾਰ ਉਹ 5-7 ਸਿਪਾਹੀ ਲਾ ਕੇ ਡਿਪਟੀ ਰੋਜ਼ ਰੇਡ ਕਰਦਾ ਉੱਥੇ ਵੀ ਇਹਦੇ ਕੋਲ ਟੈਲੀਫੋਨ ਹੈ। ਜਿਹੜਾ ਬੰਦਾ 4 ਸਾਲ ਤੋਂ ਜੇਲ੍ਹ 'ਚੋਂ ਬਾਹਰ ਹੀ ਨਹੀਂ ਨਿਕਲਿਆ, ਅੰਦਰ ਬੈਠਾ ਬੈਠਾ ਟੈਲੀਫੋਨ ਕਿੱਥੋਂ ਪੈਦਾ ਹੋ ਜਾਏਗਾ? ਕੋਈ ਇੰਡਸਟਰੀ ਤਾਂ ਹੈ ਨਹੀਂ ਅੰਦਰ ਜਿਹੜਾ ਅੰਦਰ ਬਣ ਜਾਏਗਾ। ਉਹ 4 ਸਾਲ ਦਾ ਤਰੀਕ 'ਤੇ ਵੀ ਜੇ ਆਉਂਦਾ ਤਾਂ ਵੀਡੀਓ ਕਨਫਰੈਂਸਿੰਗ 'ਤੇ ਉਹਦੀ ਗੱਲ ਹੁੰਦੀ ਹੈ। ਜਿਹੜਾ ਬੰਦਾ ਬਾਹਰ ਹੀ ਨਹੀਂ ਆਇਆ, ਉਹ ਟੈਲੀਫੋਨ ਕਿੱਥੋਂ ਲੈ ਜਾਊਗਾ? ਹੁਣ ਉਹ ਪਲੈਨਿੰਗ ਇਹੀ ਜਿਹੀ ਕਰ ਰਹੇ ਨੇ, ਰੋਜ਼ ਖਿਜੇ ਹੋਏ ਨੇ ਵੀ ਇਹਨਾਂ ਨੇ ਕੰਪਲੇਂਟ ਕੀਤੀ, ਉਹ 'ਤੇ ਰੇਡਾਂ ਕਰਦੇ ਨੇ। ਔਰ ਮੈਨੂੰ ਸ਼ੱਕ ਹੈ ਕਿਸੇ ਨਾ ਕਿਸੇ ਦਿਨ ਕੋਈ ਟੈਲੀਫੋਨ ਇਹਨਾਂ ਨੇ ਆਪਣੇ ਕੋਲੋਂ ਰੱਖ ਕੇ ਉਹਨੂੰ ਫਸਾ ਦੇਣਾ। ਜੇ ਇੰਨਾ ਧੱਕਾ ਇੱਕ ਪੁਲਿਸ ਮੁਲਾਜ਼ਮ ਨਾਲ ਹੋ ਸਕਦਾ ਤਾਂ ਆਮ ਪਬਲਿਕ ਦਾ ਕੀ ਹਾਲ ਹੋਏਗਾ? ਮੈਂ ਉਮਰ ਕੈਦ ਝੂਠੀ ਕੱਟੀ ਸ਼ਰੇਆਮ ਸਾਡੇ ਸਾਹਮਣੇ। ਆਹ ਦੇਖੋ ਉਸ ਮੁੰਡੇ ਦੇ ਗੋਡੇ ਦੋਨੋਂ ਜਿਹੜੇ ਕੁੱਟ ਕੇ ਇਹਨਾਂ ਨੇ ਕੱਢਤੇ, ਉਹਦੇ ਗੋਡੇ ਨਿਕਲੇ ਹੋਏ, ਤੁਰ ਨਹੀਂ ਸਕਦਾ। ਪੁਲਿਸ ਵਾਲਿਆਂ ਨੇ ਟੌਰਚਰ ਕਰਕੇ। ਹੁਣ ਜਿਸ ਬੰਦੇ ਦਾ ਇਹ ਹਾਲ ਇਹਨਾਂ ਨੇ ਕੀਤਾ, ਕੀ ਡੂ ਯੂ ਥਿੰਕ ਵੀ ਉਹ ਗੈਂਗਸਟਰ ਨਹੀਂ ਬਣੂਗਾ? ਹੋਰ ਕੀ ਬਣੂ? ਹੁਣ ਸਾਥ ਤਾਂ ਬਣੋ ਰਿਹਾ ਬਿਨਾਂ ਮਤਲਬ ਤੋਂ 4 ਸਾਲ। ਉਹਦੇ ਮਦਰ ਨੇ ਬੈਂਕ ਤੋਂ ਲੈ ਕੇ ਗੱਡੀ ਲਈ ਸਵਿਫਟ, ਘਰੋਂ ਗੱਡੀ ਲਿਆ ਕੇ ਉਹ ਗੱਡੀ 'ਚ ਫਿੱਟ ਕਰਕੇ ਰਿਕਵਰੀ ਪਾਤੀ, ਉਹ ਗੱਡੀ ਵੀ ਕਨਫਿਸਕੇਟ ਕਰ ਲਈ। ਉਹ ਧੱਕਾ ਕਿਸੇ ਗੱਲ ਦਾ ਹੋਵੇ, ਕਿਸੇ ਸਾਡੀ ਕੋਈ ਦੁਸ਼ਮਣੀ ਸਾਡੇ ਨਾਲ ਹੋਵੇ, ਕੋਈ ਮੈਨੂੰ ਦੱਸੋ ਤਾਂ ਸਹੀ ਗੱਲ। ਕੋਈ ਸਿਰਫ ਆਪਣੇ ਨੰਬਰ ਬਣਾਉਣ ਲਈ ਵੀ ਅਸੀਂ ਅਸਲਾ ਫੜ ਲਿਆ। ਮੈਂ ਬੜੇ ਸਾਲ ਨੌਕਰੀ ਕੀਤੀ, ਬੜਾ ਕੁਛ ਕੀਤਾ, ਇਹ ਸਾਰੇ ਕੰਮਾਂ 'ਚੋਂ ਲੰਘਿਆ ਹੋਇਆ। ਬਟ ਸ਼ਰਮ ਆਉਂਦੀ ਹੈ ਹੁਣ ਮੈਨੂੰ ਗੱਲ ਕਰਦੇ ਨੂੰ ਵੀ, ਕਿ ਇੰਨੀ ਸ਼ਰਮ ਦੇਖ ਜਿਹੜੀ ਜੇਲ੍ਹ ਪੁਲਿਸ ਹੈ, ਇਹਦਾ ਬੇੜਾ ਬਿਲਕੁਲ ਹੀ ਗਰਕ ਹੋਇਆ। ਚਲੋ ਪੰਜਾਬ ਪੁਲਿਸ ਤਾਂ ਜੋ ਹੈ ਸੋ ਹੈ, ਜੇ ਇਹਨਾਂ ਦਾ ਬਿਲਕੁਲ ਬੇੜਾ ਗਰਕ, ਰੋਜ਼ ਜਾਂਦੇ ਨੇ 5-10 ਸਿਪਾਹੀ ਲਾ ਕੇ, ਉਹਦਾ ਸਾਰਾ ਸਮਾਨ ਫੋਲ ਕੇ ਖੜਾ ਖੜੂ ਕੇ ਆ ਜਾਂਦੇ ਨੇ। ਫਿਰ ਕੀ ਹੋਊਗਾ? ਝਗੜਾ ਹੀ ਹੋਊਗਾ, ਲੜਾਈ ਹੋਊਗੀ, ਹੋਰ ਕੀ ਹੋਊਗਾ? ਇਹ ਵੀ ਤੁਸੀਂ ਸ਼ੱਕ ਕਰਦੇ ਹੋ ਵੀ ਹੋ ਸਕਦਾ ਕਿਤੇ ਉਹਦਾ ਮੁਕਾਬਲਾ ਇਹਨਾਂ ਬਣਾ ਦੇਣ? ਮੁਕਾਬਲਾ ਦੇਖੋ ਗੱਲ ਹੈ ਵੀ ਉਹ ਜੇਲ੍ਹ 'ਚੋਂ ਬਾਹਰ ਤਾਂ ਆਉਂਦਾ ਨਹੀਂ, ਤਰੀਕ 'ਤੇ ਵੀ ਨਹੀਂ ਲੈ ਕੇ ਆਉਂਦੇ। ਜੇਲ੍ਹ ਦੇ ਅੰਦਰ ਬੈਠੇ ਦਾ ਮੁਕਾਬਲਾ ਹੋਣਾ ਬਹੁਤ ਔਖਾ। ਇਹ ਕਹਿ ਦੇਣ ਵੀ ਜੇਲ੍ਹ ਤੋੜ ਕੇ ਭੱਜ ਗਿਆ? ਨਹੀਂ, ਜੇਲ੍ਹ ਤੋੜ ਕੇ ਜੇਲ੍ਹ ਵਾਲੇ ਤਾਂ ਮਾਰ ਨਹੀਂ ਸਕਦੇ। ਜੇਲ੍ਹ ਤੋੜ ਕੇ ਭੱਜ ਗਿਆ, ਉਹ ਇਕੱਲਾ ਤਾਂ ਹੈ ਨਹੀਂ, ਉੱਥੇ 500-700-800 ਬੰਦਾ ਹੈ। ਜੇ ਕੋਈ ਜੇਲ੍ਹ ਟੁੱਟੇਗੀ ਤਾਂ ਆਫਟਰ ਆਲ ਉੱਥੇ ਰਾਖੇ ਜਿਹੜੇ ਵਾਰਡਨ ਵੀ ਹੈਗੇ, ਸਾਰੀ ਅਫੀਸ਼ੀਅਲ ਡਿਊਟੀ ਵੀ ਹੈਗੀ। ਪਰ ਪੁਲਿਸ ਕਹਾਣੀਆਂ ਤਾਂ ਬਣਾ ਲੈਂਦੀਆਂ ਨੇ। ਦਿਨ ਕਹਾਣੀਆਂ ਤਾਂ ਤੁਹਾਡੇ ਸਾਹਮਣੇ ਮੈਂ ਦੱਸ ਰਿਹਾ ਤੁਹਾਨੂੰ ਬਣੀਆਂ। ਆਹ ਕੁਛ ਹੋਇਆ। ਜਿਹੜੀ ਬਾਹਰਲੀ ਪੁਲਿਸ ਹੈ ਜਦੋਂ ਤਰੀਕ 'ਤੇ ਲੈ ਕੇ ਜਾਂਦੀ ਹੈ, ਉਹ ਉਸ ਵੇਲੇ ਉੱਥੇ ਇਹੀ ਜਿਹੀ ਹਰਕਤ ਜਿਹੜੀ ਆ ਉਹ ਕਰ ਸਕਦੇ। ਉਹਨੂੰ ਤਰੀਕ 'ਤੇ ਲੈ ਕੇ ਹੀ ਨਹੀਂ ਆਉਂਦੇ। ਸੁੱਖਾ ਕਾਹਲਵਾਂ ਜਿਹੜਾ ਸੀ ਉਹ ਤਰੀਕ 'ਤੇ ਆਇਆ ਪੁਲਿਸ ਨਾਲ,
ਦੂਜੀ ਪਾਰਟੀ ਨੇ ਫਗਵਾੜੇ ਪੁਲਿਸ ਦੇ ਇੱਥੋਂ ਬੰਦਾ ਖੋਹ ਕੇ ਮਾਰਤਾ। ਫਿਰ ਪੁਲਿਸ ਨੇ ਗੱਲ ਇਹ ਵੀ ਆਉਂਦੀ ਹੈ ਅਖਬਾਰ ਦੀਆਂ ਸੁਰਖੀਆਂ ਦੇ ਵਿੱਚ ਜਾਂ ਜੋ ਗੱਲਾਂ ਸਾਹਮਣੇ ਆਉਂਦੀਆਂ ਨੇ ਪਬਲਿਕ ਦੇ ਵਿੱਚ ਕਿ ਪੁਲਿਸ ਵਾਲਿਆਂ ਨੇ ਹੀ ਵਿੱਕੀ ਕੌਂਡਰ ਤੋਂ ਮਰਵਾਇਆ ਸੀ ਸੁੱਖਾ ਕਾਹਲਵਾਂ। ਪੁਲਿਸ ਵਾਲਿਆਂ ਨੇ ਨਹੀਂ ਸੀ ਮਰਵਾਇਆ, ਇਹ ਆਪਸੀ ਉਹਨਾਂ ਦੀ ਜਿਹੜੀ ਰੰਜਿਸ਼ ਸੀਗੀ, ਆਪਸੀ ਰੰਜਿਸ਼ ਉਹਨਾਂ ਨੇ ਹੱਥ ਖੜੇ ਕਰਾ ਕੇ ਪੁਲਿਸ ਦੇ ਉਹਨਾਂ ਤੋਂ ਖੋਇਆ ਬੰਦਾ, ਖੋਹ ਕੇ ਫਿਰ ਉਹ ਮਾਰਿਆ। ਗੱਲਾਂ ਤਾਂ ਆਫਟਰ ਇੰਟੈਰੋਗੇਸ਼ਨ ਸਾਰੀਆਂ ਹੀ ਸਾਹਮਣੇ ਆਉਣੀਆਂ। ਪੁਲਿਸ ਵਾਲਿਆਂ ਨੇ ਮਾਰਨਾ ਹੁੰਦਾ ਤਾਂ ਉਹ ਆਪ ਮਾਰਦੇ, ਕਿਸੇ ਨੂੰ ਖੋਣ ਦੀ ਕੋਈ ਲੋੜ ਨਹੀਂ ਸੀ। ਫਿਰ ਵਿੱਕੀ ਕੌਂਡਰ ਦਾ ਜੋ ਹਾਲ ਹੋਇਆ ਉਹ ਵੀ ਸਾਰਿਆਂ ਨੂੰ ਪਤਾ, ਕਿਸੇ ਤੋਂ ਕੋਈ ਭੁਲੇਖਾ ਨਹੀਂ ਉਸ ਗੱਲ ਦਾ। ਕੀ ਵਿੱਕੀ ਕੌਂਡਰ ਦਾ ਕੀ ਹਾਲ ਹੋਇਆ? ਵਿੱਕੀ ਕੌਂਡਰ ਦਾ ਇਨਕਾਊਂਟਰ ਜਿਹੜਾ ਹੋਇਆ ਉਹ ਸਾਰਿਆਂ ਨੂੰ ਪਤਾ ਹੀ ਹੈ। ਜਿੱਥੇ ਉਹ ਮਰਿਆ ਵਿੱਕੀ ਵੀ ਮਰਿਆ, ਉਹ ਜਿਸ ਹਾਲਾਤਾਂ 'ਚ ਹੋਇਆ ਉਹ ਵੀ ਸਾਰਿਆਂ ਨੂੰ ਪਤਾ ਹੈ। ਵਿੱਕੀ ਕੌਂਡਰ ਦਾ ਇਨਕਾਊਂਟਰ ਝੂਠਾ ਸੀ? ਦੇਖੋ ਜੀ, ਮੈਂ ਹੁਣ ਝੂਠਾ ਸੱਚਾ ਮੈਂ ਕੁਝ ਕਹਿ ਨਹੀਂ ਸਕਦਾ, ਕਿਉਂਕਿ ਨਾ ਤਾਂ ਮੈਂ ਉੱਥੇ ਸੀਗਾ ਨਾ ਮੈਂ ਦੇਖਿਆ। ਜਿਵੇਂ ਤੁਸੀਂ ਗੱਲਾਂ ਸੁਣਦੇ ਹੋ ਉੱਦਾਂ ਹੀ ਮੈਂ ਸੁਣਦਾ। ਕਹਿਣ ਦੇ ਵਿੱਚ ਜਿਹੜਾ ਉਹ ਇਹੀ ਆ ਰਿਹਾ ਕਿ ਉਹਨੂੰ ਬੁਲਾ ਕੇ ਉੱਥੇ ਮਾਰਿਆ ਗਿਆ। ਬੁਲਾ ਕੇ ਮਾਰਿਆ? ਜਦੋਂ ਇੱਕ ਬੰਦੇ ਨੇ, ਜਦੋਂ ਪੈਰੀ ਦੀ ਤੁਸੀਂ ਗੱਲ ਕੀਤੀ ਹੈ, ਉਹਦਾ ਕੋਈ ਦੋਸ਼ ਨਹੀਂ, ਕੋਈ ਉਹਦੀ ਐਕਟੀਵਿਟੀ ਨਹੀਂ, ਕਿਸੇ ਗੈਂਗਸਟਰ ਦੇ ਨਾਲ ਉਹਨੂੰ B ਕੈਟਾਗਰੀ ਦੇ ਵਿੱਚ ਪਾ ਦਿੱਤਾ ਗਿਆ ਜੋ ਤੁਸੀਂ ਦੱਸਿਆ। ਬਿਲਕੁਲ ਠੀਕ ਹੈ। ਇੱਕ ਬੇਕਸੂਰ, ਤੁਹਾਡੇ ਦੱਸਣ ਦੇ ਮੁਤਾਬਕ ਪੁਲਿਸ ਨੇ ਉਹਨੂੰ ਕਸੂਰਵਾਰ ਬਣਾਤਾ, ਜੇਲ੍ਹ ਦੇ ਵਿੱਚ ਬੈਠਾ, ਇੰਨੇ ਸਾਲ ਹੋ ਚੁੱਕੇ ਨੇ, ਉਹਦੇ ਗੋਡੇ ਤੱਕ ਕੱਢ ਦਿੱਤੇ ਗਏ ਤੁਹਾਡੇ ਦੱਸਣ ਦੇ ਮੁਤਾਬਕ। ਕੱਢ ਦੇ ਦੋਨੋਂ। ਫਿਰ ਜੈਪਾਲ ਭੁੱਲਰ, ਵਿੱਕੀ ਕੌਂਡਰ, ਸੁੱਖਾ ਕਾਹਲਵਾਂ, ਦਿਲਪ੍ਰੀਤ ਬਾਬਾ, ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਜਾਂ ਜਿੰਨੇ ਗੈਂਗਸਟਰ ਨੇ, ਭਾਵੇਂ ਰੁਪਿੰਦਰ ਗਾਂਧੀ ਸੀ ਜਾਂ ਜਿੰਨੇ ਵੀ ਗੈਂਗਸਟਰ ਹੋਏ ਨੇ, ਇਹ ਫਿਰ ਗੈਂਗਸਟਰ ਬਣਾਏ ਹੀ ਪੁਲਿਸ ਨੇ? ਦੇਖੋ ਜੋ ਕੁਛ ਹੋਇਆ ਇਹ ਸਾਰੀ ਦੀ ਤੁਸੀਂ ਇਨਕੁਆਇਰੀ ਕਰਾ ਸਕਦੇ ਹੋ, ਔਰ ਮੇਰੇ ਅੱਖਾਂ ਦੇ ਦੇਖਣ ਤੋਂ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਜੋ ਕੁਛ ਹੈ ਮੇਰੇ ਸਾਹਮਣੇ ਹੋਇਆ ਸਭ ਕੁਛ। ਜਿਹਨੇ ਜੋ ਕੇਸ ਉੱਪਰ ਥੱਲੇ ਕੀਤਾ, ਪੈਸਿਆਂ ਨਾਲ ਪੈਸੇ ਲੈ ਲਏ, ਪਰਚੇ ਨਾਲ ਪਰਚੇ, ਇੰਟੈਰੋਗੇਸ਼ਨ ਨਾਲ ਇੰਟੈਰੋਗੇਸ਼ਨ ਕਰ ਲਈ। ਹੁਣ ਉਹਨੂੰ ਮਾਰਨਾ ਤਾਂ ਮਾਰ ਦਿਓ, ਫਿਰ ਝਗੜਾ ਮੁਕਾਓ। ਜੋ ਸਾਨੂੰ ਅੰਦਰ ਬੈਠਾ ਹੀ ਦੁੱਖ ਦਿੰਦਾ ਜੇਲ੍ਹ 'ਚ, ਫਿਰ ਮਾਰ ਦਿਓ, ਝਗੜਾ ਖਤਮ ਕਰੋ। ਫਿਰ ਲੜਾਈ ਕਾਹਦੀ ਆਪਣੀ? ਤੁਹਾਡੀ ਸਰਵਿਸ ਵੀ ਪੁਲਿਸ ਦੇ ਵਿੱਚ ਇੰਨੇ ਵਰ੍ਹਿਆਂ ਦੀ, ਪੈਰੀ ਦੇ ਪਿਤਾ ਵੀ ਪੁਲਿਸ ਦੇ ਵਿੱਚ, ਦਾਦਾ ਵੀ ਦਾਦੇ ਨੇ ਬਹੁਤ ਲਾਜਵਾਬ ਕੰਮ ਕੀਤੇ। ਜਿਹੜਾ ਉਹ ਫੜਿਆ ਕੋਈ ਛੋਟਾ ਬੰਦਾ ਨਹੀਂ ਸੀਗਾ, ਉਹ ਬਬਲਾ, ਉਹਨੂੰ ਫੜਿਆ, ਫਿਰ ਉਹਦੇ ਸਾਰਾ ਕੁਝ ਮੈਡਲ ਵੀ, ਇੱਕ ਜਿੱਥੇ SHO ਸੀ ਪਹਿਲਾਂ ਉੱਥੇ ਰਾਤ ਨੂੰ ਇੱਕ ਬੱਸ ਦੇ ਵਿੱਚ ਮਾਰਤੇ ਸੀ ਬੰਦੇ ਕੱਢ ਕੇ, ਉਹ ਵੀ ਇਹਨਾਂ ਨੇ ਸਾਰਾ ਇਨਕਾਊਂਟਰ ਉਹ ਵੀ ਕੀਤੇ। ਪੁਲਿਸ ਦੀ ਸਰਵਿਸ ਸੇਵਾ ਕੀਤੀ ਉਹਨਾਂ ਨੇ। ਸੇਵਾ ਦਾ ਜਿਹੜਾ ਉਹ ਅੱਤਵਾਦੀ ਨਾਮ ਦੇ ਕੇ ਗੋਲੀਆਂ ਮਾਰ ਕੇ ਰਹਿੰਦਾ ਖੁਦਾ ਮਹਿਕਮੇ ਨੇ ਦੇਤਾ ਪੁਲਿਸ ਨੇ। ਹਾਂ, ਤੁਹਾਡੇ ਸਾਹਮਣੇ ਹੀ ਹੈ। ਦੱਸੋ, ਜਦੋਂ ਤੁਸੀਂ ਪੈਸੇ ਵੀ ਲੈ ਲਏ, ਨਾ ਪੈਸੇ ਲੈ ਜਾਣ ਤਾਂ ਵੀ ਕਰਦਾ। ਜੇਲ੍ਹ ਵਾਲੇ ਨੇ ਉਹ ਵੀ 25-30-35 ਹਜ਼ਾਰ ਰੁਪਏ ਮਹੀਨਾ ਉਹ ਵੀ ਦੇਈ ਜਾਂਦੇ ਨੇ ਉੱਥੇ ਰਹਿਣ ਦਾ। ਉਹ ਕਿਰਾਇਆ ਲੈ ਰਹੇ ਤੁਸੀਂ ਉਹਦੇ ਕੋਲ। ਜੇ ਗੱਲ ਕਰਦੇ ਆ ਫਿਰ ਉੱਥੇ ਉਹ ਹਰਾਸ ਕਰਦੇ ਨੇ। ਬੜੇ ਬੜੇ ਆਫਿਸਰ, DGP ਵਰਗੇ ਤੁਹਾਡੇ ਮਿੱਤਰ ਰਹੇ, ਜਿਹਦੇ ਵਿੱਚ ਨਾਮ ਸ਼ਾਮਲ ਹੈ ਸੁਮੇਧ ਸੈਣੀ ਦਾ, ਤੇ ਹੋਰ ਵੀ ਅਫਸਰ ਨੇ। ਕਿਸੇ ਅਫਸਰ ਨੇ ਗੁਰਮੀਤ ਸਿੰਘ ਪਿੰਕੀ ਉਹਨਾਂ ਦੀ ਇਸ ਕੇਸ 'ਚ ਮਦਦ ਨਹੀਂ ਕੀਤੀ? ਨਹੀਂ, ਚਲੋ ਮਦਦ ਦਾ ਗੱਲ ਹੈ, ਇਹਦੇ ਵਿੱਚ ਕੋਰਟ ਦਾ ਕੰਮ ਹੈ। ਹੁਣ ਪਰਚਾ ਜਿਹਨੇ ਦੇਣਾ ਸੀ ਉਹਨੇ ਦੇ ਦਿੱਤਾ, ਅਸੀਂ ਜ਼ਮਾਨਤ ਕਰਾਉਣੀ ਹੈ। ਬਟ ਆਹ ਜਿਹੜੀਆਂ ਗੱਲਾਂ ਹਰਾਸ ਉਹ ਜੇਲ੍ਹ ਵਾਲੇ ਕਰ ਰਹੇ, ਉਹਦਾ ਤਾਂ ਕੋਈ ਮਤਲਬ ਨਹੀਂ। ਪਰਚਾ ਦੇਣ ਲੱਗੇ ਉਸ ਪੁਲਿਸ ਅਫਸਰ ਨੂੰ ਇਹ ਖਿਆਲ ਨਹੀਂ ਸੀ ਵੀ ਇਹ ਪੈਰੀ ਜਿਹੜਾ ਹੈ ਇਹ ਉਸ ਪਰਿਵਾਰ ਦੇ ਵਿੱਚੋਂ ਹੈ, ਗੁਰਮੀਤ ਸਿੰਘ ਪਿੰਕੀ ਉਹਨਾਂ ਦੇ ਪਰਿਵਾਰ? ਗੁਰਮੀਤ ਸਿੰਘ ਪਿੰਕੀ ਤੇ ਖੁਦ ਤੇ ਪਰਚਾ ਦੇ ਦਿੱਤਾ ਝੂਠਾ। ਮੇਰਾ ਫਾਦਰ ਗਿਆ DG ਨੂੰ, ਉਹਨੇ ਐਪਲੀਕੇਸ਼ਨ ਦਿੱਤੀ ਵੀ ਇਨਕੁਆਇਰੀ ਤਾਂ ਕਰਾ ਲਓ, ਜਿਹੜਾ ਇਹ ਪਰਚਾ ਸੱਚਾ। ਮੇਰੀ ਫਾਦਰ ਦੀ ਮੌਤ ਹੋ ਗਈ ਜਦੋਂ ਮੈਂ ਜੇਲ੍ਹ ਸੀ, ਮੇਰੀ ਮਦਰ ਦੀ ਮੌਤ ਹੋ ਗਈ। ਕੀ ਖੱਟਿਆ ਇਸ ਕੰਮ 'ਚੋਂ ਸੀ? ਕੋਈ ਨਹੀਂ ਕਿਸੇ ਦੀ ਸੁਣਦਾ। ਜਿਹਦੀ ਜਿੱਥੇ ਜੋ ਚੱਲਦੀ ਹੈ ਅਗਲਾ ਚਲਾ ਰਿਹਾ। ਫਿਰ ਇਹ ਕਹਿਣਾ ਪਏਗਾ, ਭਾਵੇਂ ਉਹ ਗੈਂਗਸਟਰ ਨੌਜਵਾਨ ਮਾਰੇ ਗਏ, ਜੈਪਾਲ ਭੁੱਲਰ ਵਰਗੇ ਮਾਰੇ ਗਏ, ਉਹਨਾਂ ਦੇ ਪਿਤਾ ਜੀ ਵੀ ਪੁਲਿਸ ਇੰਸਪੈਕਟਰ, ਔਰ ਉਹ ਵੀ ਚੀਕ ਕੇ ਕਹਿੰਦੇ ਰਹੇ ਕਿ ਮੇਰੇ ਪੁੱਤਰ ਦਾ ਮੁਕਾਬਲਾ ਜਿਹੜਾ ਹੈ ਝੂਠਾ ਕੀਤਾ ਗਿਆ।
ਪੰਜਾਬ ਪੁਲਿਸ ਵੱਲੋਂ। ਉਹਨਾਂ ਨੇ ਵੀ ਚੀਕ ਚੀਕ ਕੇ ਕਿਹਾ, ਮੀਡੀਆ 'ਚ ਕਿਹਾ, ਕੋਈ ਉਹਨਾਂ ਦੀ ਸੁਣਵਾਈ ਨਹੀਂ ਹੋਈ। ਉਹਦੀਆਂ ਹੱਡੀਆਂ ਤੱਕ ਕਹਿੰਦੇ ਤੋੜ ਦਿੱਤੀਆਂ ਗਈਆਂ। ਮੁਕਾਬਲਾ ਫੇਕ ਸੀ, ਉਹ ਇਨਕਾਊਂਟਰ ਝੂਠਾ ਸੀ, ਜੋ ਪਤਾ ਕਰਕੇ ਆਏ ਨੇ ਜਿਵੇਂ ਉਹਨਾਂ ਦੇ ਦੱਸਣ ਦੇ ਮੁਤਾਬਕ। ਇਸੇ ਤਰ੍ਹਾਂ ਹੋਰ ਗੈਂਗਸਟਰ ਜਿਹੜੇ ਹੋਏ ਨੇ, ਤੁਸੀਂ ਗੱਲ ਕੀਤੀ ਵਿੱਕੀ ਗੌਂਡਰ ਦੀ, ਪੁਲਿਸ ਵਾਲਾ ਹੀ ਉਹਦਾ ਮਿੱਤਰ ਸੀ ਜਿਹਨੇ ਮਾਰਿਆ ਉਹਨੂੰ। ਪਹਿਲਾਂ ਯਾਰੀ ਸੀ, ਜੋ ਅਖਬਾਰਾਂ ਦੇ ਵਿੱਚ ਆਉਂਦਾ, ਜੋ ਸੁਣਦੇ ਆ ਪਬਲਿਕ ਦੇ ਕੋਲੋਂ, ਜੋ ਮੀਡੀਆ 'ਚ ਆਇਆ ਕਿ ਬਾਅਦ ਦੇ ਵਿੱਚ ਉਹਨੂੰ ਗੋਲੀ ਮਾਰ ਕੇ ਸ਼ੂਟ ਕਰ ਦਿੱਤਾ ਗਿਆ। ਉਹਨੂੰ ਬੁਲਾਇਆ ਗਿਆ ਉੱਥੇ, ਜਿਵੇਂ ਤੁਸੀਂ ਦੱਸਿਆ ਵੀ ਉਹਨੂੰ ਬੁਲਾ ਕੇ ਉਹਨੂੰ ਸ਼ੂਟ ਕਰ ਦਿੱਤਾ, ਐਨਕਾਊਂਟਰ ਹੋਇਆ। ਇਹ ਸਾਰੇ ਮੁੰਡੇ ਇਸੇ ਤਰ੍ਹਾਂ ਹੀ ਮਾਰੇ ਗਏ ਜਾਂ ਐਸੀਆਂ ਹੀ ਜ਼ਿਆਦਤੀਆਂ ਹੋਈਆਂ। ਫਿਰ ਇਸ ਤੋਂ ਪਹਿਲਾਂ ਜਿਹੜਾ ਦੌਰ ਸੀ ਖਾੜਕੂਬਾਦ ਦਾ, ਫਿਰ ਉਹਦੇ ਵਿੱਚ ਵੀ ਪੁਲਿਸ ਦੀਆਂ ਵਧੀਕੀਆਂ, ਪੁਲਿਸ ਦੀਆਂ ਜ਼ਿਆਦਤੀਆਂ। ਤੁਹਾਡੀ ਇਸ ਗੱਲ ਤੋਂ ਵੀ ਸਪਸ਼ਟ ਹੋ ਜਾਂਦਾ ਵੀ ਪੁਲਿਸ ਨੇ ਸਿੱਖ ਨੌਜਵਾਨਾਂ 'ਤੇ ਤਸ਼ੱਦਦ ਢਾਏ। ਖੁਦ ਤੁਸੀਂ ਪੁਲਿਸ ਮਹਿਕਮੇ ਦੇ ਵਿੱਚ ਰਹੇ, ਹੋ ਸਕਦਾ ਤੁਸੀਂ ਵੀ ਤਸ਼ੱਦਦ ਢਾਏ ਹੋਣ ਸਿੱਖ ਨੌਜਵਾਨਾਂ ਦੇ ਉੱਪਰ, ਮਾਰੇ ਵੀ ਹੋਣ। ਜੋ ਇਹ ਕਰ ਰਹੇ ਨੇ ਨਾ ਹੁਣ, ਇਹ ਸਾਰਾ ਕੁਝ ਮੇਰੇ ਹੱਥਾਂ 'ਚੋਂ ਲੰਘਿਆ ਹੋਇਆ। ਦੁੱਖ ਮੈਨੂੰ ਉਸੇ ਗੱਲ ਦਾ। ਹਾਂ, ਜੇ ਤਾਂ ਕੋਈ ਬੰਦਾ ਹੋਵੇ ਨਾ ਬਿਲਕੁਲ ਭੁੱਖਾ ਮਰਦਾ, ਰੋਟੀ ਜੋਗਾ ਨਹੀਂ, ਉਹ ਮਾੜਾ ਚੰਗਾ ਕੰਮ ਕਰ ਸਕਦਾ, ਸਰਦੇ ਪੁੱਜਦੇ ਕਰਦਾ। ਦੋ ਹੀ ਭਰਾ ਨੇ, ਭਰਾ ਵੀ ਕਾਂਸਟੇਬਲ ਹੈ, ਮਦਰ ਸੁਪਰਡੈਂਟ ਹੈ, ਫਾਦਰ ਥਾਣੇਦਾਰ ਹੈ। ਉੱਤੋਂ ਦੋਵਾਂ ਸਟੂਡੀਓ ਦਾ ਮਕਾਨ ਦਾ ਕਿਰਾਇਆ ਆ ਰਿਹਾ, 5 ਆਮਦਨ ਆ ਰਹੀ, ਇੱਕ ਬੰਦਾ ਖਾਣ ਵਾਲਾ। ਫਿਰ ਉਹਨੂੰ ਕਮੀ, ਉਹਨੂੰ 12-14 ਲੱਖ ਦੀ ਗੱਡੀ ਲੈ ਕੇ ਦਿੱਤੀ ਹੋਈ। ਕਿਸੇ ਚੀਜ਼ ਦੀ ਕੋਈ ਕਮੀ ਹੋਵੇ ਤਾਂ ਮੈਂ ਗੱਲ ਕਹਾਂ ਵੀ ਚਲੋ ਕਰੂਗਾ ਉਹ। ਧੱਕਾ ਕਿੱਥੋਂ ਤੱਕ ਹੋਏਗਾ ਧੱਕਾ ਬਰਦਾਸ਼ਤ। ਹੁਣ ਫਿਰ ਜੇਲ੍ਹ ਵਾਲੇ ਲੱਗੇ ਹੋਏ ਨੇ ਵੀ ਅਸੀਂ ਆਪਣਾ ਜ਼ੋਰ ਲਾਉਣਾ, ਉਹ ਵੀ ਲਾ ਰਹੇ ਨੇ। ਕੋਈ ਗੱਲ ਨਹੀਂ, ਦੇਖਾਂਗੇ ਉਹਨੂੰ। ਸੋ ਇਸ ਗੱਲ ਦਾ ਅੰਤ ਤੱਕ ਤਾਂ ਹੈ ਹੀ ਨਹੀਂ। ਅਗਰ ਕੱਲ੍ਹ ਨੂੰ ਪੈਰੀ ਬਾਹਰ ਆ ਜਾਂਦਾ, ਕਿ ਪੈਰੀ ਇਹ ਗੱਲਾਂ ਭੁੱਲ ਜਾਊਗਾ ਕਿ ਮੇਰੇ ਨਾਲ ਵਧੀਕੀ ਹੋਈ, ਮੇਰੇ ਨਾਲ ਜ਼ਿਆਦਤੀ ਹੋਈ? ਇੱਦਾਂ ਤੁਹਾਨੂੰ ਦੱਸ ਰਿਹਾ ਵੀ ਉਹ ਦਿਲ ਦੇ ਉੱਤੇ ਬੈਠਾ ਆ ਦੁੱਖ। ਪਰ ਅਸੀਂ ਤਾਂ ਮਿਲਣ ਵੀ ਇਸੇ ਕਰਕੇ ਨਹੀਂ ਜਾਂਦੇ, ਸਾਡੇ ਤੋਂ ਦੇਖਿਆ ਨਹੀਂ ਜਾਂਦਾ। ਜਿਹਦੇ 'ਤੇ ਬੀਤ ਰਹੀ ਹੈ, ਮੈਂ ਹੁਣ ਅੰਦਰ ਬੈਠਾ ਰਿਹਾ 8-10 ਸਾਲ, ਮੈਨੂੰ ਨਹੀਂ ਪਤਾ ਜੇਲ੍ਹ 'ਚ ਕੀ ਹੁੰਦਾ। ਮੈਨੂੰ ਭੁਲੇਖਾ ਕਿਸੇ ਗੱਲ ਦਾ ਪਤਾ ਸਭ ਕੁਛ, ਸਿਰਫ ਇੱਕ ਦਰਗੁਜ਼ਰ ਕਰਨੀ ਪੈਂਦੀ ਹੈ, ਹੋਰ ਗੱਲ ਕੁਛ ਨਹੀਂ। ਉਹ ਕਰ ਰਹੇ ਆ। ਨੌਜਵਾਨਾਂ ਨਾਲ ਵਧੀਕੀਆਂ ਹੋਈਆਂ, ਉਸ ਤੋਂ ਬਾਅਦ ਫਿਰ ਉਹ ਉਸ ਰਾਹ 'ਤੇ ਚਲੇ ਗਏ, ਉਹਨਾਂ ਨੇ ਹਥਿਆਰ ਚੁੱਕੇ, ਖਾੜਕੂ ਸੰਘਰਸ਼ ਵਿੱਚ ਆਏ। ਇੱਧਰ ਗੈਂਗਸਟਰ, ਉਦੋਂ ਬਾਅਦ ਗੈਂਗਸਟਰ ਉਸ ਲੀਹ 'ਤੇ ਤੁਰੇ। ਪਰ ਤੁਰਨ ਵਾਲਾ ਕੌਣ ਹੈ? ਵੇਖੋ, ਮਾਂ ਦੇ ਪੇਟ 'ਚ ਜਦੋਂ ਕੋਈ ਜੰਮਦਾ ਨਾ, ਉਹ ਗੈਂਗਸਟਰ ਨਹੀਂ ਜੰਮਦਾ। ਗੈਂਗਸਟਰ ਜਿਹੜੀਆਂ ਵਧੀਕੀਆਂ, ਡਰ ਹੈ। ਪੁਲਿਸ ਦੇ ਡਰ ਤੋਂ ਬੰਦਾ ਡਰਦਾ ਭੱਜਦਾ। ਜਦੋਂ ਭੱਜਦੇ ਆ ਪੁਲਿਸ ਦੇ ਡਰ ਤੋਂ, ਬੰਦੇ ਕਹਿੰਦੇ ਦੇਖਿਆ ਇਹਦੇ ਵਿੱਚ ਕੁਛ ਹੈਗਾ ਜਿਹੜਾ ਮੱਥੇ ਲੱਗਦਾ ਭੱਜਦਾ। ਪੁਲਿਸ ਨੇ ਆਪਣੇ ਨਜ਼ਰੀਏ ਨਾਲ ਦੇਖਣਾ, ਜਿਹਦੇ 'ਤੇ ਬੀਤਣੀ ਉਹਨੂੰ ਪਤਾ ਮੈਨੂੰ ਕੁੱਟ ਵੀ ਪੈਣੀ ਹੈ, ਮੇਰੇ 'ਤੇ ਬੱਚਾ ਵੀ ਹੋਣਾ, ਮੈਨੂੰ ਜੇਲ੍ਹ ਵੀ ਕੱਟਣੀ ਪੈਣੀ ਹੈ, ਮੈਂ ਕਿਉਂ ਜਾਵਾਂ? ਉਸ ਗੱਲ ਉੱਥੇ ਹੀ ਖਤਮ ਹੈ। ਹਰ ਉਹ ਬੰਦਾ, ਭਾਵੇਂ ਉਹ ਗੈਂਗਸਟਰਾਂ ਦੇ ਵਿੱਚੋਂ, ਭਾਵੇਂ ਉਹ ਖਾੜਕੂਆਂ ਦੇ ਵਿੱਚੋਂ, ਹਰ ਉਹ ਨੌਜਵਾਨ ਜੋ ਸਿਸਟਮ ਦੇ ਵਿਰੁੱਧ ਚੱਲਦਾ, ਉਹਨੂੰ ਗੈਂਗਸਟਰ ਦਾ ਦਰਜਾ ਦੇ ਦਿੱਤਾ ਜਾਂਦਾ, ਉਹਨੂੰ ਖਾੜਕੂ ਦਾ ਦਰਜਾ ਦੇ ਦਿੱਤਾ ਜਾਂਦਾ। ਅਗਰ ਇਹ ਆਪਾਂ ਗੱਲ ਕਹੀਏ ਵੀ ਖਾੜਕੂ ਪੁਲਿਸ ਨੇ ਪੈਦਾ ਕੀਤੇ, ਤਾਂ ਮੈਂ ਤੁਹਾਡੀ ਪਿੰਕੀ ਜੀ ਇਸ ਗੱਲ ਨਾਲ ਸਹਿਮਤ ਨਹੀਂ। ਕਿਉਂਕਿ ਸ਼ਹੀਦ ਭਗਤ ਸਿੰਘ, ਜਿਨ੍ਹਾਂ ਨੂੰ ਅਸੀਂ ਸ਼ਹੀਦ ਭਗਤ ਸਿੰਘ ਕਹਿੰਦੇ ਹਾਂ, ਉਦੋਂ ਸ਼ਹੀਦ ਭਗਤ ਸਿੰਘ ਜੀ ਨੂੰ ਅੱਜ ਵੀ ਸਰਕਾਰੀ ਕਾਗਜ਼ਾਂ ਵਿੱਚ ਟੈਰੋਰਿਸਟ ਕਿਹਾ ਜਾਂਦਾ, ਆਤੰਕਵਾਦੀ ਕਿਹਾ ਜਾਂਦਾ, ਖਾੜਕੂ ਕਿਹਾ ਜਾਂਦਾ। ਇਹ ਖਾੜਕੂਵਾਦ ਤਾਂ ਫਿਰ ਬਹੁਤ ਪਹਿਲਾਂ ਦਾ ਚੱਲ ਰਿਹਾ। ਦੇਖੋ ਤੁਹਾਡੇ ਸਾਹਮਣੇ ਹੀ ਹੈ, ਭਗਤ ਸਿੰਘ ਨੂੰ ਫਾਂਸੀ ਹੋਈ, ਰਾਜਗੁਰੂ ਸੁਖਦੇਵ। ਅੰਗਰੇਜ਼ ਗੌਰਮੈਂਟ ਨੇ ਫਾਂਸੀ ਕਿਉਂ ਲਈ? ਕਿ ਉਹ ਸੱਚਾਈ ਦੇ ਰਾਹ 'ਤੇ ਖੜੇ ਸੀ। ਸੱਚ ਬੋਲਣਾ ਬੜਾ ਵੱਡਾ ਪਾਪ ਹੈ, ਉਹਦੇ ਗੁਨਾਹ ਕਰਨਾ ਨਹੀਂ ਚਾਹੀਦਾ ਕਿਸੇ ਨੂੰ। ਸੱਚ ਬੋਲਣਾ ਬਹੁਤ ਵੱਡਾ ਪਾਪ ਹੈ, ਪਿੰਕੀ ਜੀ ਕਹਿ ਰਹੇ ਨੇ। ਔਰ ਇਹ ਗੁਨਾਹ ਕਹਿੰਦੇ ਕਿਸੇ ਨੂੰ ਕਰਨਾ ਨਹੀਂ ਚਾਹੀਦਾ। ਤੁਹਾਡੇ ਸਾਹਮਣੇ ਤਾਂ ਫੇਸ ਕਰੋਗੇ, ਯੂ ਹੈਵ ਟੂ ਫੇਸ ਤੁਹਾਨੂੰ ਕਰਨਾ ਪਊਗਾ। ਜਿੱਥੇ ਕਿਸੇ ਦੀ ਚੱਲ ਗਈ ਉਹਨੇ ਆਪਣੀ ਚਲਾ ਜਾਣੀ ਹੈ। ਕੁਲਦੀਪ ਸਿੰਘ SSP ਲੱਗਿਆ ਲੁਧਿਆਣੇ, ਲੜਾਈ ਸਾਡੀ ਕਿਸੇ ਹੋਰ ਗੱਲ ਤੋਂ, ਉਹ ਪਹਿਲਾਂ ਐਕਸਪਲੇਨ ਵੀ ਕਰ ਚੁੱਕਿਆ। ਝਗੜਾ ਹੋਰ ਗੱਲ ਤੋਂ, ਉਹਦਾ ਨਾਂ ਲੱਗ ਗਿਆ। ਮੈਂ ਦਿੱਲੀ ਸੀਗਾ, ਗਨਮੈਨਾਂ ਨੇ ਗੋਲੀ ਚਲਾਤੀ, ਜਿਨ੍ਹਾਂ ਨੇ ਚਲਾਤੀ ਸ਼ਰੇਆਮ ਉੱਥੇ ਚਲਾਈ ਹੈ, ਉਹ ਸੁੱਤਾ ਤਾਂ ਨਹੀਂ ਪਿਆ।
ਜੇ ਮੇਰਾ ਨਾਮ ਨਾ ਲਿਖਾ ਵੀ ਦਿੱਤਾ ਜੀ ਪਿੰਕੀ ਦੇ ਗਨਮੈਨ, ਤਾਂ ਫਿਰ ਪਿੰਕੀ ਦੇ ਗਨਮੈਨ ਕੀ ਕਹਿਣਾ ਪਿੰਕੀ ਨੇ ਕਰਤਾ ਜੀ। ਗਨਮੈਨ ਨੇ ਗੋਲੀ ਚਲਾਤੀ, ਗਨਮੈਨ ਤੇ ਪਰਚਾ ਦੇ ਕੇ ਦੇ ਦਿਓ ਅੰਦਰ। ਜੇ ਮੈਂ ਉੱਥੇ ਮੌਕੇ 'ਤੇ ਮੌਜੂਦ ਹਾਂ, ਮੈਂ ਚਾਰ ਜੁੱਤੀਆਂ ਮਾਰ ਕੇ ਪੁਲਿਸ ਬੁਲਾ ਕੇ ਆਪੇ ਪੁਲਿਸ ਦੇ ਹਵਾਲੇ ਕਰਦਾ ਵੀ ਇਹਨੇ ਗੋਲੀ ਮਾਰੀ ਹੈ, ਫੜੋ ਜੀ। ਠੀਕ ਹੈ ਨਾ। ਬਾਕੀ ਕੋਈ ਨਹੀਂ ਇੱਥੇ ਸੁਣਦਾ, ਨਾ ਕੋਈ ਸੁਣਨ ਜੋਗਾ। ਜਿਹਦੀ ਚੱਲਦੀ ਹੈ ਉਹ ਚਲਾ ਰਿਹਾ। ਅੱਜ ਤੱਕ 2001-2 ਦੀ ਗੱਲ ਹੈ, ਮਰਡਰ ਵਾਲੀ 20 ਸਾਲ ਹੋ ਗਏ ਮੈਂ ਰੌਲਾ ਪਾ ਰਿਹਾ। ਹਰ ਇੱਕ ਨੂੰ ਕਹਿ ਰਿਹਾ ਵੀ ਕੁਲਦੀਪ ਸਿੰਘ ਨੇ ਧੱਕਾ ਕੀਤਾ। ਕੀ ਵਿਗੜ ਗਿਆ ਕੁਲਦੀਪ ਸਿੰਘ ਦਾ? ਕੋਈ ਇਨਕੁਆਇਰੀ ਵੀ ਨਹੀਂ ਹੋਈ ਉਹਦੇ ਖਿਲਾਫ। ਇਸੇ ਗੱਲ ਤੋਂ ਜਿਹੜੀ ਆਉਣ ਵਾਲੀ ਪੁਲਿਸ ਹੋਰ ਅਗਲਾ ਕਹਿੰਦਾ ਕੀ ਕਰ ਲੈਣਗੇ। ਖੁਦ ਇਹਨੇ ਦੁੱਲਾ ਸਿੰਘ ਐਸੀ ਨਾਲ ਰਲ ਕੇ ਦੁਗਰੀ ਕੇ ਇਨਕਾਊਂਟਰ ਕੀਤਾ। ਉਹਦੇ ਕੋਲ 1.5-2 ਕਿਲੋ ਸੋਨਾ ਸੀ। ਉਹ ਸੋਨਾ ਦੱਬਣ ਦੇ ਮਾਰੇ ਇਹਨਾਂ ਨੇ ਬੰਦਾ ਮਾਰਤਾ, ਸੋਨਾ ਖਾ ਗਏ। ਕੀ ਇੱਕ ਬੰਦੇ ਦੀ ਜ਼ਿੰਦਗੀ ਲਾਈਫ ਇੰਨੀ ਕੀ ਹੈ ਵੀ ਸੋਨੇ ਪਿੱਛੇ ਮਾਰ ਦਿਓ? ਇਹ ਜਸਟੀਫਿਕੇਸ਼ਨ ਹੈ? ਫਿਰ ਗੱਲ ਇਹ ਜੇ ਦੂਜਿਆਂ ਦੇ ਪਰਚਾ ਦੇਣ ਜਾਣਦੇ ਹੋ, ਤੁਹਾਡੇ 'ਤੇ ਵੀ ਕੋਈ ਦੇਣ ਵਾਲਾ ਹੋਣਾ ਚਾਹੀਦਾ। ਉੱਥੇ ਕੋਈ ਸੁਣਦਾ ਨਹੀਂ। ਜਿਹੜੇ ਬੜੇ ਪੁਲਿਸ ਅਫਸਰ ਨੇ ਉਹ ਮੁਲਤਾਨੀ ਵਰਗਿਆਂ ਨੂੰ ਤਸ਼ੱਦਦ ਢਾਹ ਕੇ ਮਾਰ ਕੇ ਵੀ, ਉਹ ਤੁਸੀਂ ਕਹਿੰਦੇ ਪਤਾ ਨਹੀਂ ਕਿੰਨੇ ਕੁ ਮੁਲਤਾਨੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਮਾਰੇ ਗਏ। ਉਹ ਨੌਜਵਾਨ ਅਤਿਆਚਾਰ, ਜ਼ੁਲਮ, ਜਬਰ ਪੁਲਿਸ ਅਫਸਰ ਦਾ ਸ਼ਿਕਾਰ ਹੋਏ, ਉਹਦੇ ਅਤਿਆਚਾਰ ਦੇ, ਤਸ਼ੱਦਦ ਦੇ ਤੁਸੀਂ ਆਪਣੀ ਅੱਖਾਂ ਦੇ ਨਾਲ ਦੇਖਿਆ। ਇਹ ਬੜੇ ਬੜੇ ਅਫਸਰ, ਇਹਨਾਂ ਦਾ ਬਚਾਅ ਕਿਵੇਂ ਹੋ ਜਾਂਦਾ? ਫਿਰ ਕੀ ਇਹਨਾਂ ਦੀ ਘੰਟੀ ਦਿੱਲੀ ਤੋਂ ਖੜਕਦੀ ਹੈ? ਫਿਰ ਦੇਖੋ, ਮੈਂ ਤੁਹਾਨੂੰ ਹੁਣ ਅਜੇ ਦੱਸ ਕੇ ਹੀ ਹਟਿਆ ਵੀ ਅੱਜ ਵੀ ਜਿਹੜਾ ਗੋਲਾ ਮਰਡਰ ਕੇਸ ਹੈ, ਉਹਦੀ ਤੁਸੀਂ 5-7 ਵਕੀਲ ਇੱਕ ਬਣਾ ਕੇ ਕਮੇਟੀ ਬਣਾ ਦਿਓ, ਇਨਕੁਆਇਰੀ ਹੋ ਜੇ। 8 ਬੰਦੇ ਅਸੀਂ ਮੁਕੱਦਮੇ ਸੀ, 7 ਵਾਰੀ ਪਿੰਕੀ ਨੂੰ ਇਕੱਲੇ ਨੂੰ ਸਜ਼ਾ, ਇਕੱਲੇ ਦੇ ਬਿਆਨ ਲਿਖੇ ਜਾਣ ਵੀ ਕਿਹਨੇ ਮਾਰੀ ਗੋਲੇ ਨੂੰ ਗੋਲੀ, ਕਲੀਅਰ ਹੋ ਜਾਏਗੀ ਗੱਲ। ਅੱਜ ਕਿਹੜਾ ਇਨਕੁਆਇਰੀ ਹੋ ਨਹੀਂ ਸਕਦੀ? ਅੱਜ ਵੀ ਹੋ ਸਕਦੀ ਹੈ, ਬਟ ਕਰਨ ਵਾਲਾ ਕੋਈ ਨਹੀਂ। ਕੌਣ ਕਰਾਏਗਾ? ਹੂ ਵਿਲ ਬੈਲ ਦਾ ਕੈਟ? ਕਿਸੇ ਨੇ ਨਹੀਂ ਸੁਣਨਾ। ਇਹ ਇੱਦਾਂ ਹੀ ਚੱਲੇਗਾ। ਧੱਕੇ ਹੁੰਦੇ ਆਏ, ਆਉਂਦੇ ਰਹਿਣਗੇ ਔਰ ਹੁੰਦੇ ਰਹਿਣਗੇ। ਇਸ ਤੋਂ ਬਾਅਦ ਮੈਂ ਹੋਰ ਕੀ ਕਹਿ ਸਕਦਾ? ਧੱਕੇ ਪੁਲਿਸ ਵੱਲੋਂ ਹੀ ਹੁੰਦੇ ਆਏ, ਹੁੰਦੇ ਰਹਿਣਗੇ ਤੇ ਹੋ ਰਹੇ ਨੇ। ਦੇਖੋ, ਪਹਿਲਾਂ ਸਾਡੇ ਤੋਂ ਪਹਿਲਾਂ ਵੀ ਬਹੁਤ ਵੱਡੇ ਮੈਂ ਇੰਸਪੈਕਟਰ ਕਈ ਗਿਣਾ ਸਕਦਾ ਜਿਹੜਾ ਉਹਦਾ ਨਾਂ ਸੀਗਾ ਵੀ ਹਾਂ ਇਹ ਸੀਗੇ। ਫਿਰ ਸਾਡਾ ਟਾਈਮ ਆ ਗਿਆ, ਅਸੀਂ ਵੀ ਦੇਖਿਆ। ਸਾਡੇ ਤੋਂ ਬਾਅਦ ਹੁਣ ਹੋਰ ਉੱਠ ਪਏ। ਹੁਣ ਵੀ ਮੁਕਾਬਲੇ ਤਾਂ ਹੋ ਹੀ ਰਹੇ ਨੇ, ਹੁਣ ਕਿਹੜਾ ਹੋ ਨਹੀਂ ਰਹੇ। ਉਹਨਾਂ ਦਾ ਅਸਰ ਵੀ ਤੁਹਾਡੇ ਵਰਗਾ ਹੀ ਹੋਏਗਾ। ਪਰ ਦੇਖੋ, ਜੋ ਸਾਡੇ ਨਾਲ ਕੀਤਾ ਸਰਕਾਰ ਨੇ, ਉਹੀ ਸੁਮੇਧ ਸਿੰਘ ਸੈਣੀ ਸੀਗਾ। ਸੁਮੇਧ ਸਿੰਘ ਸੈਣੀ ਹਵਾਲਾਤ 'ਚ ਵਾੜਿਆ ਕਿ ਨਹੀਂ ਵਾੜਿਆ? ਦੱਸੋ ਮੈਨੂੰ। ਔਰ ਕਿਸੇ ਇਨਕਾਊਂਟਰ 'ਚ ਵਾੜਿਆ ਹੋਵੇ ਤਾਂ ਵੀ ਮੈਂ ਕਹਾਂ ਤੁਹਾਨੂੰ ਵੀ ਇਨਕਾਊਂਟਰ 'ਚ ਵਾੜਿਆ ਜੀ ਉਹਨੂੰ। ਕਿਉਂ? ਬਿਜ਼ਨਸ ਪ੍ਰਾਪਰਟੀ ਬਣਾਈ ਲੋੜ ਤੋਂ ਵੱਧ। ਜਿੰਨੇ ਮੁਕੱਦਮੇ ਹੁਣ ਅੱਜ ਵੀ 4 ਮੁਕੱਦਮਿਆਂ ਦੇ ਖਿਲਾਫ ਚੱਲ ਰਹੇ ਸੁਪਰੀਮ ਕੋਰਟ ਤੱਕ। ਘੱਟ ਤੋਂ ਘੱਟ 10 ਲੱਖ ਫੀਸ ਹੈ ਵਕੀਲ ਦੀ ਸੁਪਰੀਮ ਕੋਰਟ ਦੀ ਇੱਕ ਦਿਨ ਦੀ ਤਨਖਾਹ। ਜਦੋਂ ਫਿਰ ਫੀਸ ਦਿੱਤੀ ਨਹੀਂ ਜਾਂਦੀ, ਬੱਚੇ ਵੀ ਪਾਲਣੇ ਨੇ, ਤੇ ਫਿਰ ਕਿੱਥੋਂ ਲਿਆਉਂਗੇ ਪੈਸੇ? ਮੈਂ ਵੇਚੀ 2 ਕਿੱਲੇ ਜ਼ਮੀਨ, ਵੇਚ ਕੇ ਜਿਹੜੀ ਪਿਓ ਦੀ ਬਣਾਈ ਤਾਂ ਸੀਗੀ, ਬਣਾਉਣੀ ਸੀਗੀ, ਉਹ ਵੀ ਵੇਚਤੀ। ਇਹਦਾ ਹੱਲ ਤੁਸੀਂ ਆਪ ਦੱਸਦੇ ਮੈਨੂੰ ਕੀ ਹੈ? ਇਹ ਇੱਕ ਐਸੀ ਬਿਮਾਰੀ ਹੈ ਜਿਹਦਾ ਕੋਈ ਇਲਾਜ ਹੀ ਹੈ ਨਹੀਂ। ਹਰਾਮ ਦੇ ਪੈਸੇ ਖਾਣੇ ਮੂੰਹ ਲੱਗੇ ਹੋਏ ਇਹਨਾਂ ਦੇ, ਕਿਸੇ ਤਰੀਕੇ ਆਉਣ, ਇਹਨਾਂ ਨੂੰ ਪੈਸੇ ਚਾਹੀਦੇ ਨੇ। ਗੋ ਟੂ ਹੈਲ, ਤੁਸੀਂ ਦਫਾ ਹੋਵੋ, ਮਰੋ, ਜੰਮੋ, ਉਹਦੇ ਨਾਲ ਇਹਨਾਂ ਨੂੰ ਕੋਈ ਸੰਬੰਧ ਨਹੀਂ ਤੁਹਾਡੇ ਨਾਲ। ਇਹਨਾਂ ਬੜੇ ਅਫਸਰਾਂ ਦੀਆਂ ਫਿਰ ਜਿਹੜੀਆਂ ਤਾਰਾਂ ਨੇ ਕਿਤੇ ਨਾ ਕਿਤੇ ਦਿੱਲੀ ਜੁੜੀਆਂ ਹੋਈਆਂ ਨੇ। ਦੇਖੋ, ਦਿੱਲੀ ਕਿਸੇ ਏਜੰਸੀਆਂ ਦੇ ਬੜੇ ਚੀਫ ਨਾਲ ਜੁੜੀਆਂ ਹੋਈਆਂ ਨੇ। ਤਾਰਾਂ ਦਾ ਮਤਲਬ ਨਹੀਂ, ਜਿਹੜਾ ਬੰਦਾ ਕਿਤੇ SSP ਲੱਗਦਾ ਹੈ ਉਹਦੀ ਪਾਵਰ ਹੁੰਦੀ ਹੈ, ਉੱਤੇ ਸੇ ਹੁੰਦੀ ਹੈ ਤਾਂ ਉਹ ਲੱਗਦਾ ਹੈ। ਨਹੀਂ ਉੱਦਾਂ PAP ਭਰੀ ਪਈ ਹੈ ਸਾਰੀ। ਕਿੰਨੇ ਕੁ SSP ਲੱਗੇ ਮੈਨੂੰ ਦੱਸ ਦਿਓ। ਇਹ ਸਭ ਸਿਫਾਰਸ਼ੀ ਭਰਤੀ ਹੁੰਦੇ ਆ, ਸਿਫਾਰਸ਼ੀ ਪੈਸਾ ਉਹੀ ਗੱਲਾਂ। ਠੀਕ ਹੈ, ਮੈਂ ਅੱਜ ਵੀ ਇੱਕ ਗੱਲ ਉਦੋਂ ਵੀ ਕਹੀ ਸੀ, ਅੱਜ ਵੀ ਕਹਿਣਾ ਵੀ ਟਾਈਮ ਰੱਖ ਲਓ। ਨੀਲਮ ਸਿੰਘ ਦੇ ਮੋਹਰੇ ਡਿਬੇਟ ਰੱਖ ਲਓ, ਕੁਲਦੀਪ ਸਿੰਘ ਆ ਜੇ, DGP ਆ ਜੇ, ਮੈਂ ਆ ਜਾਂਦਾ, ਆਪਾਂ ਓਪਨ ਡਿਸਕਸ ਕਰਦੇ ਆ ਬਹਿ ਕੇ। ਪਬਲਿਕ ਬੁਲਾ ਲਓ ਸਾਰੀ, ਉੱਥੇ ਫੈਸਲਾ ਹੋ ਜਾਊਗਾ ਉੱਥੇ ਵੀ ਮੈਂ ਕਿੰਨਾ ਕੁ ਝੂਠਾ ਹੈ, ਕਿੰਨੇ ਕੁ ਸੱਚੇ ਨੇ।
उस गल 3 वारी मैं प्रैस क्लब में जाके मीटिंग करके कह चुका। आए नहीं है। ना बोलता ही नहीं, कोई सुनता ही नहीं, कोई जवाब ही नहीं। उत्थे दी उत्थे खड़ी गल। जो 2015 तो लैके अज तक 6 साल किसी ने नहीं सुनिया, मैं 10 साल कट के भी जेल च भी रौला पाਉਂਦਾ ਰਿਹਾ, तो फिर हुण किहने सुननी ये गल? मुकाबला हो गई वैसे ही। ਹੁਣ ਤੁਸੀਂ ਫਿਰ ਕੀ ਸੋਚਦੇ ਹੋ ਵੀ ਐਡੀ ਵੱਡੀ ਟੱਕਰ ਵੀ ਲਈ? मेरी सोच ना कुछ होने वाला नहीं। जे मेरी सोच ना कुछ होने वाला होए ना, फिर मैं मानना भी मैं कर सकदा। मेरी सोच ना कुछ नहीं होने वाला। वो सीनियर ने उत्ते तक सारिया गल्लां उन्हां दियां, पैसा उन्हां कोल हैगा, असीं अपना जीवन तो गवा बैठे हैं। हुण साडी सोच ना कुछ नहीं होने वाला। ये जिवें चेंज चल रही है उदा ही चलेगी। ये रोकना बहुत मुश्किल है। कहना पड़ेगा हम आह भी भरते हैं तो हो जाते हैं बदनाम, वो कत्ल भी करते हैं तो चर्चा नहीं होता। चर्चा नहीं होता। ठीक है था जी। शुरू से 80-89 जो सैनी साहब आए, ਜਿਹੜਾ ਕਿਸੇ ਦੀ ਪੈਸੇ ਦੀ ਕੰਪਲੇਂਟ ਆ ਜਾਂਦੀ ਸੀ ਉਹਨੂੰ ਗੋਲੀ ਮਾਰਨ ਤੱਕ ਜਾਂਦੇ ਸੀ। पैसे दी ਕੰਪਲੇਂਟ ਮਾੜੀ ਜਿਹੀ ਆ ਜਾਵੇ ਵੀ ਉਹ SHO ਨੇ ਪੈਸੇ ਲੈ ਲਏ, ਲਿਆਓ ਸੀ ਬਿਠਾਓ ਉਹਨੂੰ, ਪੈਸੇ ਉਸੇ ਵੇਲੇ ਉੱਤੇ ਲੈ ਕੇ ਚਲੋ ਇਹ ਵੰਡ ਕੇ ਆਓ, ਉੱਥੇ ਬਲਾਈਂਡ ਸਕੂਲ 'ਚ ਦੇ ਕੇ ਆਓ, ਕੁੜੀਆਂ ਦੇ ਆਸ਼ਰਮ 'ਚ ਦੇ ਆਓ। ਉਸੇ ਬੰਦੇ ਨੂੰ ਜਦੋਂ ਸੁਪਰੀਮ ਕੋਰਟ ਜਾਣਾ ਪਿਆ, ਪੈਸੇ ਦੀ ਵੈਲਿਊ ਪਤਾ ਲੱਗੀ, ਫਿਰ ਉਹਨੇ ਕਮਾਇਆ ਪੈਸਾ। कमाया हाँ। 2 नंबर च। कोई मैं 50 ਲੱਖ बैठा ਤੁਹਾਡੇ ਸਾਹਮਣੇ, ਆਪ बैठा मैं ਤੁਹਾਡਾ 50 ਲੱਖ ਵੀ ਦਬ ਲਿਆ ਗਿਆ, ਔਰ ਵਿਦ ਸਾਰੇ ਸੀਨੀਅਰ ਅਫੀਸਰ ਦੀ ਕੰਸੈਂਟ ਵਿੱਚ ਸੀ ਵੀ ਅਸੀਂ ਜ਼ਿੰਮੇਵਾਰਾਂ ਤੋਂ ਆਵਾਂਗੇ ਤੁਹਾਨੂੰ ਪੈਸੇ। ਤੁਸੀਂ ਆਹ ਨਾਲ ਵਾਲੀ ਜ਼ਮੀਨ ਵਿੱਚ ਜਿੱਥੇ ਬਿਲਡਿੰਗ ਬਣੀ ਆ ਉਹ ਕਾਲਜ ਆਹ ਦੀ, ਹੋਸਟਲ ਬਣਿਆ ਜੀ ਕੁੜੀਆਂ ਦਾ, 2 ਕਿੱਲੇ ਵੇਚੀ ਹੈ। ਠੀਕ ਹੈ, ਇੱਥੇ ਕੁਝ ਵੀ ਸੁਧਰਨ ਵਾਲਾ ਨਹੀਂ ਹੈ। ਇਹ 1 ਜਾਂ 2 ਬੰਦਿਆਂ ਦੇ ਕੋਈ ਹੱਥ ਕੱਦ ਨਹੀਂ, ਕੋਈ ਇਹਦੇ ਵਿੱਚ ਕੋਈ ਸੁਧਾਰ ਕਰ ਲਾਂਗੇ। ਇਹ ਆਵਾ ਉੱਤਿਆ ਹੋਇਆ ਸਾਰਾ ਹੀ, ਆਵਾ ਉੱਤਿਆ ਹੋਇਆ, ਇੱਦਾਂ ਹੀ ਚੱਲੂਗਾ। ਕੁਛ ਨਹੀਂ ਇਹਦੇ ਵਿੱਚ ਹੋਰ ਹੋਣਾ, ਕਿਉਂਕਿ ਕਿਸੇ ਦੀ ਜਸਟੀਫਿਕੇਸ਼ਨ ਤਾਂ ਕੋਈ ਹੈ ਨਹੀਂ, ਗੱਲ ਤਾਂ ਕਿਸੇ ਦੀ ਕਿਸੇ ਨੇ ਸੁਣਨੀ ਹੀ ਨਹੀਂ। ਜੇ DG ਕੋਲ ਇੰਨੀ ਗੱਲ ਕਹਿ ਕੇ ਆਏ ਜਾ ਕੇ ਵੀ ਇਹਨੇ ਘਿਓ ਦੇ ਬਦਾਮ ਰੱਖ ਲਏ, ਉਹਨਾਂ ਨੇ ਹੁਣ ਦੂਜੇ ਪਾਸੇ ਸ਼ੁਰੂ ਕਰਤਾ ਵੀ ਇਹਦੇ ਬੱਚਾ ਦਵਾਵਾਂਗੇ ਟੈਲੀਫੋਨ ਦਾ। ਉਹ ਜੇਲ੍ਹ ਅਥਾਰਟੀ ਹੈ, ਕੈਦੀ ਦੀ ਕਿਹਨੇ ਸੁਣਨੀ ਉੱਥੇ? ਕਿਸੇ ਨੇ ਨਹੀਂ ਸੁਣਨੀ। ਇਸੇ ਕਰਕੇ ਹੀ 30 ਸਾਲਾਂ ਤੋਂ ਸਿੱਖ ਨੌਜਵਾਨ ਵੀ ਅੰਦਰੇ ਬੈਠੇ ਨੇ, ਸਜ਼ਾ ਵੀ ਭੁਗਤ ਚੁੱਕੇ, ਸਜ਼ਾ ਵੀ ਪੂਰੀ ਹੋ ਚੁੱਕੀ, ਪਰ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ। ਇਨਸਾਫ ਦੇਣ ਵਾਲਾ ਹੀ ਕੋਈ ਹੈ ਨਹੀਂ, ਮਿਲਣਾ ਕਿੱਥੋਂ? ਕੋਈ ਦੇਣ ਵਾਲਾ ਤਾਂ ਹੋਵੇ। ਇਕੱਲੇ ਸਿੱਖ ਨੌਜਵਾਨ ਉਹ ਨਹੀਂ ਬੈਠੇ। ਮੈਂ ਤੁਹਾਨੂੰ ਪਰਸੋਂ ਵੀ ਦੱਸਿਆ ਸੀ ਵੀ 30 ਸਾਲ ਤੋਂ ਪੁਲਿਸ ਵੀ ਅੰਦਰ ਬੈਠੀ ਹੈ। DSP ਬਲਦੇਵ ਸਿੰਘ ਅੰਮ੍ਰਿਤਸਰ ਬੈਠਾ, DSP ਜਸਪਾਲ ਸਿੰਘ ਖਦਰਾਕਾਂਡ, ਇੰਸਪੈਕਟਰ ਸੁਰਿੰਦਰਪਾਲ, ਉਹ ਵੀ 92-93 ਦੇ ਅੰਦਰ ਬੈਠੇ ਨੇ। ਜਦੋਂ ਕਿ ਇੱਕ ਓਵਰ ਕੈਦ ਜਿਹੜੀ ਹੈ 10+4, 4 ਸਾਲ ਅੰਡਰ ਟ੍ਰਾਇਲ ਸਜ਼ਾ, 10 ਠੋਸ ਚਾਹੀਦੀ ਹੈ, ਤੇ 14 ਸਾਲ 'ਚ ਬੰਦਾ ਛੁੱਟ ਜਾਂਦਾ। ਉਹ ਸਾਰੇ 92-93 ਦੇ ਅੰਦਰ ਬੈਠੇ ਨੇ, ਕੋਈ ਛੱਡੇਗਾ ਕੌਣ? ਨਹੀਂ ਗੱਲ। ਜਗਤਾਰ ਸਿੰਘ ਹਵਾਰਾ ਦੀ ਵੀ ਸਜ਼ਾ ਪੂਰੀ ਹੋ ਚੁੱਕੀ। ਮੈਂ ਹੀ ਫੜਿਆ ਸੀ ਜੀ 27 ਦਸੰਬਰ 95 ਨੂੰ ਫੜਿਆ ਸੀ ਬਲਵੰਤ ਰਾਜਵਾਨਾ ਦੇ। ਉਹ 95 ਤੇ 5 ਉਹ ਤੇ 26 ਸਾਲ ਹੋ ਗਏ। ਸਜ਼ਾਵਾਂ ਵੀ ਕੱਟ ਚੁੱਕੇ। ਕੱਲ ਹੀ ਦਿਲਾਵਰ ਦੀ ਬਰਸੀ ਹੈ, 26ਵੀਂ ਬਰਸੀ। ਕੱਲ ਹੀ ਬਿਆਨ ਸਿੰਘ ਦੀ ਬਰਸੀ ਹੈ, 31 ਤਰੀਕ। ਸਾਰਾ ਕੁਝ ਉੱਥੇ ਹੀ ਚੱਲ ਰਿਹਾ। ਔਰ ਅਜੇ ਮੇਰੇ ਖਿਆਲ 2-4 ਸਾਲ ਹੋਰ ਕੋਈ ਫੈਸਲਾ ਨਹੀਂ ਹੁੰਦਾ ਹੈ ਜੋ ਮੈਨੂੰ ਦਿਖ ਰਿਹਾ। ਉਸ ਤੋਂ ਬਾਅਦ ਪਤਾ ਨਹੀਂ ਕੀ ਹੁੰਦਾ। ਸੋ ਇਹ ਸਨ ਗੁਰਮੀਤ ਸਿੰਘ ਪਿੰਕੀ ਜੀ, ਜਿਨ੍ਹਾਂ ਨੇ ਆਪਣਾ ਵੀ ਦਰਦ ਤੁਹਾਡੇ ਸਾਹਮਣੇ ਰੱਖਿਆ, ਬਿਆਨ ਕੀਤਾ ਕਿ ਇੱਥੇ ਕੋਈ ਕਿਸੇ ਦੀ ਨਹੀਂ ਸੁਣਦਾ। ਭਾਵੇਂ ਉਹ ਪੁਲਿਸ ਮਹਿਕਮਾ ਹੈ, ਪੁਲਿਸ ਅਫਸਰ ਨੇ, ਇਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਉਹ ਪੈਰੀ ਦੀ ਇਹਨਾਂ ਨੇ ਗੱਲ ਕੀਤੀ, ਨਜਾਇਜ਼ ਚੁੱਕ ਕੇ ਪੁਲਿਸ ਨੇ ਪਰਚਾ ਦੇ ਦਿੱਤਾ ਉੱਤੇ। ਅਗਰ ਇੱਕ ਪੈਰੀ ਦੇ ਨਾਲ ਇੱਕ ਪੁਲਿਸ ਵਾਲੇ ਪਰਿਵਾਰ ਦੇ ਵਿੱਚੋਂ ਇੱਕ ਉਸ ਨੌਜਵਾਨ ਨਾਲ ਐਸਾ ਕੁਝ ਹੋ ਸਕਦਾ, ਤਾਂ ਫਿਰ ਬਾਕੀ ਨੌਜਵਾਨਾਂ ਦੀ ਕੀ ਖੈਰ ਹੈ?
ਬਾਕੀਆਂ ਤੇ ਫਿਰ ਜਿੰਨੇ ਵੀ ਅੱਜ ਤੱਕ ਪਰਚੇ ਹੋਏ ਉਹਨਾਂ ਦੇ ਵਿੱਚੋਂ ਕਹਿਣਾ ਪਏਗਾ ਕਿ ਬਹੁਤ ਹੀ ਨਜਾਇਜ਼ ਹੋਏ ਔਰ ਬਹੁਤ ਨਜਾਇਜ਼ ਹੋਈ, ਭਾਵੇਂ ਉਹ ਖਾੜਕੂ ਸਿੰਘ ਹੋਏ, ਭਾਵੇਂ ਉਹ ਗੈਂਗਸਟਰ ਨੇ, ਤੇ ਭਾਵੇਂ ਹੁਣ ਪੈਰੀ ਜਿਹਨੂੰ ਗੈਂਗਸਟਰ ਬਣਾ ਦਿੱਤਾ ਗਿਆ, B ਗ੍ਰੇਡ ਤੱਕ ਦੇ ਦਿੱਤਾ ਗਿਆ ਉਹਨੂੰ, ਜਦੋਂ ਕਿ ਇਹਨਾਂ ਨੇ ਦੱਸਿਆ ਵੀ ਉਹਦਾ ਕੋਈ ਕਸੂਰ ਨਹੀਂ, ਕਿਸੇ ਐਕਟੀਵਿਟੀ ਵਿੱਚ ਉਹ ਸ਼ਾਮਲ ਨਹੀਂ, ਸਿਰਫ ਲਾਰੈਂਸ ਬਿਸ਼ਨੋਈ ਦੇ ਨਾਲ ਉਹ ਪੜ੍ਹਦਾ ਸੀ। ਕਿ ਲਾਰੈਂਸ ਬਿਸ਼ਨੋਈ ਦੇ ਨਾਲ ਜਿਹੜਾ ਪੜ੍ਹਦਾ ਹੈ, ਪਤਾ ਨਹੀਂ ਕਿੰਨੇ ਕੁ ਪੜ੍ਹਦੇ ਹੋਣਗੇ, ਹੋਰ ਉੱਥੇ ਕਿੰਨੇ ਕੁ ਉਹਦੇ ਦੋਸਤ ਹੋਣਗੇ, ਕਿ ਇੱਕ ਕਲਾਸਮੇਟ ਦੇ ਨਾਲ ਰਹਿ ਕੇ ਤੁਹਾਡੇ ਤੇ ਵੀ ਠੱਪਾ ਲਾਤਾ ਜਾਂਦਾ ਵੀ ਤੁਸੀਂ ਵੀ ਗੈਂਗਸਟਰ ਹੋ। ਲਾਰੈਂਸ ਬਿਸ਼ਨੋਈ ਬਾਰੇ ਵੀ ਇਹਨਾਂ ਨੇ ਦੱਸਿਆ ਕਿ ਉਹ ਗੈਂਗਸਟਰ ਨਹੀਂ ਸੀ, ਪਰ ਉਹ ਬਣਾਇਆ ਗਿਆ। ਉਹਦਾ ਫਾਦਰ ਪੰਜਾਬ ਪੁਲਿਸ ਸਰਵਿਸ ਕਰਦਾ ਹੈ, ਲਾਰੈਂਸ ਬਿਸ਼ਨੋਈ ਦਾ। ਅੱਛਾ, ਉਹਦੇ ਪਿਤਾ ਵੀ ਪੁਲਿਸ 'ਚ ਪੁਲਿਸ ਦੇ ਵਿੱਚ, ਤੇ ਉਹ ਵੀ ਗੈਂਗਸਟਰ ਬਣਾਤਾ, ਬਹੁਤ ਤਕੜਾ ਗੈਂਗਸਟਰ। ਤੁਸੀਂ ਦੇਖੋ ਅਜੇ ਜੇਲ੍ਹ ਵਾਲਿਆਂ ਦਾ ਪੂਰਾ ਜ਼ੋਰ ਲੱਗਾ ਹੋਇਆ। ਡਿਪਟੀ ਸੁਪਰਡੈਂਟ ਭੰਗੂ, ਸੁਪਰਡੈਂਟ ਮਨਜੀਤ ਸਿੰਘ, ਉਹ ਕਹਿੰਦੇ ਵੀ ਅਸੀਂ ਟੈਲੀਫੋਨ ਦਾ ਪਰਚਾ ਇਹ ਤੇ ਹੁਣ ਦੇਣਾ ਹੀ ਦੇਣਾ, ਜੋ ਮਰਜ਼ੀ ਹੋ ਜਾਏ। ਉਹਨਾਂ ਨੇ ਆਪਣਾ ਪੂਰਾ ਜ਼ੋਰ ਲਾਇਆ, ਔਰ ਮਹਾਰਾਜ ਸ਼ਾਇਦ ਇੱਛਾ ਪੂਰੀ ਕਰ ਦੇਵੇ। 5-7 ਦਿਨਾਂ 'ਚ ਮੈਂ ਤੁਹਾਨੂੰ ਸੁਣਾ ਦੂੰਗਾ ਵੀ ਆਹ ਇੱਛਾ ਪੂਰੀ ਹੋ ਗਈ ਜੀ। ਜੇ ਕਿਸ ਟੈਲੀਫੋਨ ਦਾ ਪਰਚਾ ਪੈਰੀ ਤੇ ਪੈ ਸਕਦਾ ਤਾਂ ਫਿਰ ਇੱਕ ਰਿਵਾਲਵਰ, ਇੱਕ ਸਟੇਨ ਗਨ, ਇੱਕ AK-47 ਗਰਨੇਡ, ਆ ਬੰਬਾਂ ਦੇ ਪਰਚੇ ਫਿਰ ਸਿੱਖ ਨੌਜਵਾਨਾਂ ਦੇ ਵੀ ਤਾਂ ਜਿਹੜੇ ਪਾਏ ਗਏ ਨੇ ਇਸੇ ਤਰ੍ਹਾਂ ਹੀ ਪਾਏ ਗਏ। ਉਹ ਬਿਲਕੁਲ ਉਹ ਲੱਗੇ ਹੋਏ ਨੇ, ਬੜਾ ਜ਼ੋਰ ਲਾ ਰਹੇ। ਪਰਸੋਂ ਵੀ ਪੂਰੀ ਤਲਾਸ਼ੀ ਹੋਈ ਹੈ। ਜ਼ਿਆਦਾ ਘਿਓ ਬਦਾਮਾਂ ਦਾ ਰੌਲਾ ਪਿਆ, ਉਦੋਂ ਹੀ ਤਲਾਸ਼ੀ ਸ਼ੁਰੂ ਹੋਈ ਹੈ, ਉਸ ਤੋਂ ਪਹਿਲਾਂ ਕੋਈ ਗੱਲ ਨਹੀਂ ਸੀ। ਔਰ ਕਾਰਨ ਵਾਲਾ ਦੇਣਾ, ਇਹ ਵੀ ਮੈਨੂੰ ਪਤਾ। ਜਵਾਬ ਅੱਗੋਂ ਮੈਂ ਦਊਂਗਾ, ਉਹ ਦੇਣ ਲਈ ਮੈਂ ਤਿਆਰ ਬੈਠਾ। ਮੈਂ ਦਊਂਗਾ ਫਿਰ ਵੀ ਜਿਹੜਾ ਬੰਦਾ 4 ਸਾਲ ਦਾ ਬਾਹਰ ਹੀ ਨਹੀਂ ਆਇਆ, ਜੇਲ੍ਹ ਤੋਂ ਦਰੀਜ 'ਚੋਂ ਬਾਹਰ ਨਹੀਂ ਆਇਆ, ਟੈਲੀਫੋਨ ਉੱਡ ਕੇ ਆ ਗਿਆ ਅੰਦਰ, ਉਹ ਜਵਾਬ ਮੈਂ ਜੇਲ੍ਹ ਵਿਭਾਗ ਤੋਂ ਲੈਣਾ ਔਰ ਪੂਰਾ ਰੌਲਾ ਪਾ ਕੇ ਲਾਊਂਗਾ। ਇਹ ਹੈ ਸਾਡਾ ਸਿਸਟਮ, ਭ੍ਰਿਸ਼ਟ ਸਿਸਟਮ, ਭ੍ਰਿਸ਼ਟ ਅਫਸਰਸ਼ਾਹੀ, ਔਰ ਸਾਡਾ ਰਾਜਸੀ ਤੰਤਰ। ਇਸੇ ਰਾਜਸੀ ਭ੍ਰਿਸ਼ਟ ਤੰਤਰ ਨੇ, ਪੁਲਿਸ ਅਫਸਰਸ਼ਾਹੀ ਤੰਤਰ ਨੇ ਗੈਂਗਸਟਰ ਬਣਾ ਦਿੱਤੇ, ਨਜਾਇਜ਼ ਨੌਜਵਾਨ। ਇਸੇ ਅਫਸਰਸ਼ਾਹੀ ਨੇ, ਇਸੇ ਸਿਆਸੀ ਤੰਤਰ ਨੇ, ਇਸੇ ਪੁਲਿਸ ਮਹਿਕਮੇ ਨੇ ਦਰਜਾ ਦੇ ਦਿੱਤਾ ਇਹ A ਕਲਾਸ ਖਾੜਕੂ ਹੈ, B ਕਲਾਸ ਖਾੜਕੂ ਹੈ। ਝੂਠੇ ਮੁਕਾਬਲੇ ਬਣੇ, ਤਸ਼ੱਦਦ ਹੋਏ, ਪਰਿਵਾਰਾਂ ਦੇ ਪਰਿਵਾਰ ਖਤਮ ਕਰ ਦਿੱਤੇ ਗਏ। ਗੁਰਮੀਤ ਸਿੰਘ ਪਿੰਕੀ ਜੀ ਦੀ ਇਹ ਗੱਲ ਸਾਬਤ ਕਰਦੀ ਹੈ ਕਿ ਇੱਥੇ ਇਨਸਾਫ ਨਾਮ ਦੀ ਕੋਈ ਚੀਜ਼ ਨਹੀਂ ਇਸ ਦੇਸ਼ ਦੇ ਅੰਦਰ। ਔਰ ਇਹਨਾਂ ਨੇ ਕਿਹਾ ਵੀ ਸੱਚ ਬੋਲਣਾ ਸਭ ਤੋਂ ਵੱਡਾ ਗੁਨਾਹ ਹੈ, ਪਰ ਬੁੱਲੇ ਸ਼ਾਹ ਨੇ ਦਾ ਇੱਕ ਕੌਲ ਹੈ, ਇੱਕ ਬਾਜ਼ਬ ਸ਼ਰਤ ਅਦਬ ਦੀ ਏ, ਹਰ ਸ਼ੈ ਵਿੱਚ ਸੂਰਤ ਰੱਬ ਦੀ ਏ, ਜੇ ਜ਼ਾਹਰ ਕਰਾਂ ਇਜ਼ਹਾਰ ਤਾਈਂ, ਫਿਰ ਮਾਰਨ ਬੁੱਲੇ ਯਾਰ ਤਾਈਂ, ਇੱਥੇ ਗੁਪਤੀ ਬਾਤ ਸੁਖੇਂਦੀ ਏ। ਸੱਤਵਾਦੀ ਵੀ 2 ਤਰ੍ਹਾਂ ਦੇ ਨੇ ਦੁਨੀਆ ਦੇ ਅੰਦਰ। ਇੱਕ ਸਾਈਂ ਬੁੱਲੇ ਸ਼ਾਹ ਕਹਿੰਦੇ ਇੱਥੇ ਗੁਪਤੀ ਬਾਤ ਸੁਖੇਂਦੀ ਏ, ਤੇ ਇੱਕ ਸੱਤਵਾਦੀ ਉਹ ਨੇ ਜਿਹੜੇ ਡੰਕੇ ਦੀ ਚੋਟ ਤੇ ਸੱਤ ਬੋਲਦੇ ਨੇ, ਭਾਵੇਂ ਫਾਂਸੀ ਦਾ ਫੰਦਾ ਗਲੇ ਵਿੱਚ ਕਿਉਂ ਨਾ ਪੈ ਜਾਵੇ। ਹੱਸ ਕੇ ਉਹਨਾਂ ਫਾਂਸੀ ਦੇ ਫੰਦਿਆਂ ਨੂੰ ਚੁੰਮਿਆ, ਇੱਕ ਉਹ ਵੀ ਸੱਤਵਾਦੀ ਨੇ। ਸੋ ਸਲਾਮ ਹੈ, ਸਲੂਟ ਹੈ ਇਹੋ ਜਿਹੇ ਸੱਚ ਬੋਲਣ ਵਾਲੇ ਬੰਦਿਆਂ ਨੂੰ, ਇਹੋ ਜਿਹੇ ਸੱਚ ਬੋਲਣ ਵਾਲੇ ਕ੍ਰਾਂਤੀਕਾਰੀਆਂ ਨੂੰ, ਦੇਸ਼ ਭਗਤਾਂ ਨੂੰ, ਕੌਮ ਦੇ ਸ਼ਹੀਦਾਂ ਨੂੰ। ਸੋ ਬਹੁਤ ਬਹੁਤ ਧੰਨਵਾਦ ਸਰਦਾਰ ਗੁਰਮੀਤ ਸਿੰਘ ਪਿੰਕੀ ਜੀ ਤੁਹਾਡਾ ਸਮਾਂ ਦੇਣ ਲਈ ਗੁਰਬਾਣੀ ਅਖੰਡ ਬਾਣੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।